ਵੀ ਪਿੰਡ ਤੋਂ ਬਾਹਰ ਜਾ ਕੇ ਕਦੇ ਵੀ ਉਹ ਕੰਮ ਨਹੀਂ ਕਰਨਗੇ। ਝੋਨੇ ਦੀ ਲਵਾਈ ਇੰਨੀ ਹੋਵੇਗੀ, ਜੇ ਕੋਈ ਪਿੰਡ ਤੋਂ ਬਾਹਰ ਜਾ ਕੇ ਕੰਮ ਕਰਦਾ ਹੈ ਉਹਦਾ ਖੇਤਾਂ ਵਿੱਚ ਵੜਨਾ ਬੰਦ ਕੀਤਾ ਜਾਊਗਾ, ਉਹਦੇ ਨਾਲ ਭਾਂਡੇ ਦੀ ਸਾਂਝ ਖਤਮ ਕੀਤੀ ਜਾਊਗੀ, ਉਹਦੇ ਨਾਲ ਕੋਈ ਲੈਣ ਦੇਣ ਨਹੀਂ ਰੱਖਿਆ ਜਾਊਗਾ ਗਰੀਬ ਨਾਲ। ਤੇ ਜਿਹੜੇ ਲੋਕਾਂ ਨੇ ਇਦਾਂ ਦੇ ਹੁਕਮ ਜਾਰੀ ਕੀਤੇ ਆ ਜਾਂ ਜਿਹੜੇ ਲੋਕਾਂ ਨੇ ਕੁਝ ਲਿਖਿਆ, ਮੈਂ ਉਹਨਾਂ ਨੂੰ ਸਿੱਖ ਤਾਂ ਮੰਨਦਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਖੂਬੀ ਜਾਣਦੇ ਹੋ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਇੱਕ ਨਾਦਰਸ਼ਾਹੀ ਫਰਮਾਨ ਸੁਣਾਇਆ ਗਿਆ। ਉੱਥੇ ਰਹਿਣ ਵਾਲੇ ਦਲਿਤ ਲੋਕਾਂ ਨੂੰ, ਗਰੀਬ ਲੋਕਾਂ ਨੂੰ, ਜਿਸ ਨੇ ਸਿੱਖ ਕੌਮ ਦੀ ਰੂਹ ਝੰਜੋੜ ਕੇ ਰੱਖ ਦਿੱਤੀ, ਕਿਉਂਕਿ ਉਸ 'ਚ ਸਾਫ਼ ਕਿਹਾ ਗਿਆ ਸੀ ਕਿ ਜੇਕਰ ਪਿੰਡ ਦੇ ਵਿੱਚੋਂ ਕੋਈ ਵੀ ਬਾਹਰ ਜਾ ਕੇ ਕੰਮ ਕਰਦਾ ਹੈ ਤਾਂ ਉਸ ਦੇ ਨਾਲ ਬਾਈਕਾਟ ਕੀਤਾ ਜਾਵੇਗਾ। ਤੇ ਪਿੰਡ ਦੇ ਵਿੱਚ ਜੇਕਰ ਉਹ ਜੀਰੀ ਲਵਾਉਂਦਾ ਹੈ, ਜ਼ਿਮੀਂਦਾਰਾਂ ਕੋਲ ਦਿਹਾੜੀ ਕਰਦਾ ਹੈ ਤਾਂ ਉਸ ਨੂੰ 250 ਰੁਪਈਆ ਦਿਹਾੜੀ ਦਿੱਤੀ ਜਾਵੇਗੀ, ਇੱਕ ਟਾਈਮ ਦੀ ਰੋਟੀ ਦਿੱਤੀ ਜਾਵੇਗੀ। ਤੇ ਜੇਕਰ ਰੋਟੀ ਦਿੱਤੀ ਜਾ ਰਹੀ ਹੈ ਤਾਂ 50 ਰੁਪਏ ਦਿਹਾੜੀ ਕੱਟੀ ਜਾਵੇਗੀ। ਅਤੇ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਸ ਦੇ ਵਿੱਚ ਕਹੀਆਂ ਗਈਆਂ ਸਨ ਜੋ ਬਿਲਕੁਲ ਹੀ ਨਾਗਵਾਰ ਸਨ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਅਤੇ ਰੱਜ ਕੇ ਅਜਿਹਾ ਫਰਮਾਨ ਸੁਣਾਉਣ ਵਾਲੇ ਲੋਕਾਂ ਨੂੰ ਲਾਹਣਤਾਂ ਪਾਈਆਂ, ਜਿਨ੍ਹਾਂ ਨੇ ਸਿਰ ਤੇ ਬੇਸ਼ੱਕ ਦਸਤਾਰਾਂ ਸਜਾਈਆਂ ਹੋਈਆਂ ਸਨ। ਤੇ ਇਹ ਫਰਮਾਨ ਸੁਣਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਿਨ੍ਹਾਂ ਨੇ ਬੇਸ਼ੱਕ ਫਤਿਹ ਦੀ ਸਾਂਝ ਵੀ ਪਾਈ ਸੀ, ਪਰ ਕਿਸੇ ਪਾਸਿਓਂ ਇਹ ਲੋਕ ਸਿੱਖ ਨਹੀਂ ਸਨ, ਕਿਉਂਕਿ ਅਸਲ ਸਿੱਖ ਉਹੀ ਹੈ ਜੋ ਜਾਤ ਪਾਤ ਦਾ ਕੋਡ ਨਾ ਰੱਖਦਾ ਹੋਵੇ। ਅਸਲ ਸਿੱਖ ਉਹੀ ਹੈ ਜੋ ਹਰ ਕਿਸੇ ਨੂੰ ਬਰਾਬਰ ਦਾ ਦਰਜਾ ਦਿੰਦਾ ਹੋਵੇ, ਜੋ ਕਿਸੇ ਦਾ ਸ਼ੋਸ਼ਣ ਨਾ ਕਰਦਾ ਹੋਵੇ। ਇਸ ਸਾਰੇ ਮਸਲੇ ਦੇ ਉੱਤੇ ਆਖਿਰ ਕੀ ਬੋਲ ਰਹੇ ਨੇ ਭਾਈ ਮਨਜਿੰਦਰ ਸਿੰਘ ਜੀ ਰਾਏਪੁਰ ਵਾਲੇ, ਆਓ ਮਾਰਦੇ ਹਾਂ ਇੱਕ ਨਜ਼ਰ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਜੋ ਸਿੰਘੋ ਅੱਜ ਵਿਚਾਰ ਜਰਾ ਆਪਾਂ 2 ਮਿੰਟ ਲਈ। ਮੈਂ ਦਿਨੇ ਤੁਹਾਨੂੰ ਬੇਨਤੀ ਕੀਤੀ ਸੀ ਵੀ ਆਪਾਂ ਜਰਾ ਕਿ ਸ਼ਾਮ ਨੂੰ ਵਿਚਾਰ ਕਰਨੀ ਹੈ ਇੱਕ ਮੁੱਦੇ ਦੇ ਉੱਤੇ, ਜੋ ਕਿ ਮੈਨੂੰ ਕਈ ਦਿਨਾਂ ਤੋਂ ਦੇਖਣ ਨੂੰ ਜਿਹੜਾ ਹੈ ਉਹ ਮੀਡੀਆ ਦੇ ਉੱਤੇ ਉੱਦਾਂ ਵੀ ਵੀਰਾਂ ਭਰਾਵਾਂ ਨੇ ਬਹੁਤ ਮੈਨੂੰ ਮੈਸੇਜ ਭੇਜੇ ਆ, ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਆਏ ਆ ਕਿ ਇਸ ਵਿਸ਼ੇ ਤੇ ਗੱਲਬਾਤ ਆਪਾਂ ਕਰਨੀ ਬਣਦੀ ਹੈ ਤੇ ਬਣਦੀ ਵੀ ਹੈ। ਸੰਗਤ ਜੋੜੋ ਜੀ ਨਾਲ, ਆਪਾਂ ਕੁਝ ਅੱਜ ਆਪਣੇ ਵਿਚਾਰ ਵੀ ਤੁਸੀਂ ਦੇਣੇ ਆ, ਤੁਸੀਂ ਬੇਨਤੀ ਨੂੰ ਸ਼ੇਅਰ ਵੀ ਕਰਨਾ ਆ, ਤੁਸੀਂ ਆਪਣੀ ਰਾਏ ਵੀ ਦੇਣੀ ਆ। ਤੇ ਕੈਪਸ਼ਨ ਤੁਸੀਂ ਪੜ੍ਹ ਲਿਓ, ਉਹਦੇ 'ਚ ਮੈਂ ਬੇਨਤੀ ਇਹ ਲਿਖੀ ਆ ਕਿ ਆਜੋ ਆਪਾਂ ਜਰਾ ਕੁ ਵਿਚਾਰ ਕਰਨੀ ਆ ਉਹਨਾਂ ਲੋਕਾਂ ਦੇ ਉੱਤੇ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗਰੀਬਾਂ ਦੇ ਉੱਤੇ ਜਿਹੜੇ ਮਤੇ ਪਾਸ ਕਰਦੇ ਪਿੰਡਾਂ ਦੇ ਵਿੱਚ। ਪਿੰਡਾਂ ਵਾਲਿਆਂ ਨੇ ਰਲ ਕੇ ਜੋ ਮਤੇ ਪਾਸ ਕੀਤੇ ਆ, ਜੋ ਇਹ ਲਿਖਿਆ ਹੈ ਵੀ ਇਹ ਜਿਹੜੇ ਪਿੰਡ ਦੇ ਲੋਕ ਆ ਉਹ ਪਿੰਡ 'ਚੋਂ ਬਾਹਰ ਜਾ ਕੇ ਕੰਮ ਨਹੀਂ ਕਰਨਗੇ। ਸਾਰਿਆਂ ਨੇ ਆਪਣੀ ਆਪਣੀ ਰਾਏ ਵੀ ਦੇਣੀ ਨਾਲ ਵੀ ਪਿੰਡ ਤੋਂ ਬਾਹਰ ਜਾ ਕੇ ਕਦੇ ਵੀ ਉਹ ਕੰਮ ਨਹੀਂ ਕਰਨਗੇ। ਝੋਨੇ ਦੀ ਲਵਾਈ ਇੰਨੀ ਹੋਵੇਗੀ, ਜੇ ਕੋਈ ਪਿੰਡ ਤੋਂ ਬਾਹਰ ਜਾ ਕੇ ਕੰਮ ਕਰਦਾ ਹੈ ਉਹਦਾ ਖੇਤਾਂ ਵਿੱਚ ਵੜਨਾ ਬੰਦ ਕੀਤਾ ਜਾਊਗਾ, ਉਹਦੇ ਨਾਲ ਭਾਂਡੇ ਦੀ ਸਾਂਝ ਖਤਮ ਕੀਤੀ ਜਾਊਗੀ, ਉਹਦੇ ਨਾਲ ਕੋਈ ਲੈਣ ਦੇਣ ਨਹੀਂ ਰੱਖਿਆ ਜਾਊਗਾ ਗਰੀਬ ਨਾਲ। ਤੇ ਜਿਹੜੇ ਲੋਕਾਂ ਨੇ ਇਦਾਂ ਦੇ ਹੁਕਮ ਜਾਰੀ ਕੀਤੇ ਆ ਜਾਂ ਜਿਹੜੇ ਲੋਕਾਂ ਨੇ ਕੁਝ ਲਿਖਿਆ, ਮੈਂ ਉਹਨਾਂ ਨੂੰ ਸਿੱਖ ਤਾਂ ਮੰਨਦਾ ਨਹੀਂ। ਮਾਫ ਕਰਿਓ, ਹੋ ਸਕਦਾ ਕਿਸੇ ਨੂੰ ਕੌੜਾ ਲੱਗੇ। ਅਜੇ ਮਾਈਕ ਮੇਰਾ ਗੱਡੀ 'ਚ ਪਿਆ ਜੀ, ਆਪਾਂ ਇੱਦਾਂ ਹੀ ਬੇਨਤੀ ਕਰ ਲੈਂਦੇ। ਆਪਣੇ ਕਮੈਂਟ ਨਾਲ ਵਿਚਾਰ ਜ਼ਰੂਰ ਦੇਣੇ। ਮੈਨੂੰ ਇਹ ਦੱਸ ਦਿਓ ਵੀ ਆਵਾਜ਼ ਠੀਕ ਆ ਰਹੀ ਹੈ ਜੀ। ਹੁਣ ਆਵਾਜ਼ ਠੀਕ ਹੋਈ ਕੁਛ? ਪਹਿਲਾਂ ਕਮੈਂਟ ਕਰਿਓ, ਫਿਰ ਮੈਂ ਅੱਗੇ ਬੇਨਤੀ ਜਿਹੜੀ ਆ ਉਹ ਆਪਣੀ ਸ਼ੁਰੂ ਰੱਖੂੰਗਾ ਜੀ। ਇਹ ਪਿੰਡਾਂ ਦੇ ਵਿੱਚ ਕਿਹਾ ਜਾ ਰਿਹਾ ਵੀ ਅਸੀਂ ਜਿਹੜਾ ਗਰੀਬ ਕੋਈ ਕਿਸੇ ਆਪਣੇ ਪਿੰਡ ਦਾ ਬੰਦਾ, ਸਾਡੇ ਦਾ ਮਜ਼ਦੂਰ ਜਿਹੜਾ ਹੈ ਉਹ ਸਾਡੇ ਖੇਤਾਂ 'ਚ ਝੋਨਾ ਲਾਊਗਾ। ਜੇ ਸਾਡੇ ਖੇਤਾਂ 'ਚ ਝੋਨਾ ਨਹੀਂ ਲਾਉਂਦਾ ਜਾਂ ਉਹ ਪਿੰਡ 'ਚ ਕਿਸੇ ਦੇ ਘਰ ਕੰਮ ਨਹੀਂ ਕਰਦਾ, ਬਾਹਰ ਜਾ ਕੇ ਕਰਦਾ ਹੈ ਜਾਂ ਇਦੋਂ ਜ਼ਿਆਦਾ ਪੈਸਿਆਂ 'ਤੇ ਕਰਦਾ ਹੈ,
ਉਹ ਗੱਲ ਵੱਖਰੀ ਆ ਵੀ ਤੁਸੀਂ ਪਿੰਡ ਦਿਆਂ ਮੋਹਤਬਾਰ ਬੰਦਿਆਂ ਨੇ ਜਾਂ ਤੁਸੀਂ ਸੂਝਵਾਨ ਸੱਜਣਾ ਨੇ ਉੱਥੇ ਵੀ ਸਾਰਿਆਂ ਦੀ ਸਲਾਹ ਲੈ ਕੇ ਇਹ ਜਾਰੀ ਕਰਨਾ ਚਾਹੀਦਾ ਸੀ ਤੁਹਾਨੂੰ ਵੀ ਪਿੰਡ ਦੇ ਵਿੱਚ ਕਿੱਦਾਂ ਸਿਸਟਮ ਚੱਲਣਾ। ਮੈਨੂੰ ਕੋਈ ਦੱਸ ਦਿਓ ਜੀ ਵੀ ਠੀਕ ਆ ਰਹੀ, ਇਹ ਨਾ ਹੋਵੇ ਮੈਂ ਬੋਲੀ ਜਾਵਾਂ ਤੇ ਤੁਹਾਨੂੰ ਗੱਲ ਵੀ ਨਾ ਪਤਾ ਲੱਗੇ। ਕੋਈ ਸੱਜਣ ਭਰਾ ਮੇਰਾ ਦੱਸ ਦਿਓ ਨਾ। ਹੁਣ ਉਹ ਜਿਹੜੇ ਮਤੇ ਪਾਏ ਹੈ ਮੇਰੇ ਕੋਲ, ਉਹ ਮਤਿਆਂ ਵਾਲੇ ਪੇਪਰ ਵੀ ਪਹੁੰਚੇ ਆ ਜਿਨ੍ਹਾਂ ਪਿੰਡਾਂ ਦੇ ਵਿੱਚ, ਉਹ ਮੈਨੂੰ ਇਨਬਾਕਸ ਵੀ ਕੀਤੇ ਆ ਰੱਬ ਦੇ ਪਿਆਰਿਆਂ ਨੇ। ਕਈਆਂ ਨੇ ਕਿਹਾ ਜੀ ਤੁਸੀਂ ਇਸ ਗੱਲ 'ਤੇ ਬੋਲਦੇ ਕਿਉਂ ਨਹੀਂ। ਮੈਂ ਤਾਂ ਨਹੀਂ ਸੀ ਬੋਲਦਾ ਵੀ ਪਹਿਲਾਂ ਇੱਕਦਮ ਜਿਹੜਾ ਬੋਲਣਾ ਹੁੰਦਾ ਨਾ ਉਹ ਠੀਕ ਨਹੀਂ ਹੁੰਦਾ ਜੀ। ਪਹਿਲਾਂ ਸਾਰੀ ਗੱਲ ਸਮਝ ਲੈਣੀ ਚਾਹੀਦੀ ਆ, ਪਹਿਲਾਂ ਹਰ ਆਲੇ ਦੁਆਲੇ ਦੇਖ ਲੈਣਾ ਚਾਹੀਦਾ ਵੀ ਕੌਣ ਕੀ ਆਪਣੇ ਉਹਦੇ 'ਤੇ ਨਜ਼ਰੀਆ ਦੇ ਰਿਹਾ, ਕੌਣ ਕੀ ਉਹਦੇ 'ਤੇ ਬੋਲ ਰਿਹਾ। ਪਰ ਹੈਰਾਨੀ ਦੀ ਗੱਲ ਹੈ ਕਿ 2-4 ਜਾਣਿਆਂ ਨੂੰ ਛੱਡ ਕੇ ਇਸ ਗੱਲ ਦੇ ਉੱਤੇ ਕੋਈ ਵੀ ਨਹੀਂ ਬੋਲਿਆ। 2-4 ਜਾਣਿਆਂ ਨੂੰ ਛੱਡ ਕੇ ਇਸ ਗੱਲ 'ਤੇ ਕੋਈ ਵੀ ਨਹੀਂ ਬੋਲਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਕੋਈ ਬੋਲਿਆ ਹੀ ਨਹੀਂ ਇਸ ਵਿਸ਼ੇ 'ਤੇ। ਅਤੇ ਵਿਸ਼ਾ ਕੀ ਹੈ ਵੀ ਜਿਹੜਾ ਗਰੀਬਾਂ ਨੂੰ ਪਿੰਡਾਂ ਦੇ ਵਿੱਚ ਕੰਮ ਕਰਨ ਤੋਂ ਰੋਕਣਾ। ਇਹ ਕਹਿਣਾ ਵੀ ਤੁਸੀਂ ਜਾ ਕੇ ਮਿਹਨਤ ਨਹੀਂ ਕਰਨੀ, ਪਿੰਡ ਤੋਂ ਬਾਹਰ ਜਾ ਕੇ ਕਿਸੇ ਦੇ ਘਰ ਤੁਸੀਂ ਮਜ਼ਦੂਰੀ ਕਿਸੇ ਦੇ ਖੇਤ 'ਚ ਨਹੀਂ ਕਰਨੀ। ਕਿਉਂ? ਆਖੇ ਜੇ ਪਿੰਡੋਂ ਬਾਹਰ ਜਾ ਕੇ ਕਰੂਗਾ ਫਿਰ ਉਹ ਬੰਦੇ ਨਾਲ ਅਸੀਂ ਲੈਣ ਦੇਣ ਖਤਮ ਕਰਾਂਗੇ, ਉਹ ਬੰਦੇ ਨਾਲ ਅਸੀਂ ਭਾਂਡੇ ਦੀ ਸਾਂਝ ਖਤਮ ਕਰਾਂਗੇ, ਉਹ ਬੰਦੇ ਨਾਲ ਅਸੀਂ ਉਹਨਾਂ ਨੂੰ ਮਜ਼ਦੂਰਾਂ ਨੂੰ ਖੇਤਾਂ 'ਚ ਵੜਨਾ ਬੰਦ ਕਰਾਂਗੇ, ਉਹਨਾਂ ਮਜ਼ਦੂਰਾਂ ਨੂੰ ਅਸੀਂ ਲੈਣ ਦੇਣ ਬੰਦ ਕਰਾਂਗੇ। ਅਤੇ ਹੈਰਾਨੀ ਦੀ ਗੱਲ ਹੈ ਸਾਰੇ ਮਤੇ ਪਾ ਕੇ ਇੰਨਾ ਜੁਰਮਾਨਾ ਕਰਾਂਗੇ ਜੇ ਇਸ ਹੁਕਮ ਤੋਂ ਕੋਈ ਬਾਹਰਾ ਹੋਇਆ, ਜੇ ਕੋਈ ਬਾਹਰ ਜਾ ਕੇ ਕੰਮ ਕਰੂ ਉਹਨੂੰ ਉਹਦੀ ਸਜ਼ਾ ਹੋਊਗੀ ਜੀ, ਅਸੀਂ ਲਾਗੂ ਕਰਦੇ ਹਾਂ। ਕਈ ਪਿੰਡਾਂ 'ਚ ਹੋਇਆ, ਕੋਈ ਸੰਗਰੂਰ ਜ਼ਿਲ੍ਹੇ 'ਚ ਹੋਇਆ, ਕੋਈ ਮਾਝੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੋਇਆ। ਮੇਰੇ ਕੋਲ ਪੇਪਰ ਆਏ ਪਏ ਨੇ ਓਰੀਜਨਲ, ਜਿਹੜੇ ਫੈਸਲੇ ਹੋਏ, ਮੋਹਰਾਂ ਲੱਗੀਆਂ ਉੱਪਰ ਮੋਹਤਬਾਰਾਂ ਦੀਆਂ, ਸਾਈਨ ਹੋਏ ਆ। ਅਤੇ ਥੱਲੇ ਹੈਰਾਨੀ ਦੀ ਗੱਲ ਹੈ, ਜ਼ਿਆਦਾ ਦੁੱਖ ਕਿਸ ਗੱਲ ਤੋਂ ਲੱਗਾ ਬਈ ਥੱਲੇ ਇਹ ਲਿਖਿਆ ਹੋਇਆ ਹੈ, ਵੀ ਇਹ ਸਾਰੇ ਫੈਸਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਲਏ ਗਏ ਨੇ। ਜੇ ਕਿਸੇ ਨੂੰ ਚਾਹੀਦਾ ਹੋਇਆ ਨਾ ਪੇਪਰ, ਉਹ ਮੈਨੂੰ ਇਨਬਾਕਸ ਕਰ ਦਿਓ ਇਸੇ ਪੇਜ ਦੇ ਉੱਤੇ, ਮੈਂ ਤੁਹਾਨੂੰ ਉਹ ਫੋਟੋ ਭੇਜ ਦੂੰ। ਸਾਰੇ ਮਤੇ ਪਾ ਕੇ ਵੀ ਉਹਨਾਂ ਭਾਂਡੇ ਦੀ ਸਾਂਝ ਨਹੀਂ ਰੱਖਣੀ, ਉਹਨੂੰ ਪਿੰਡ ਤੋਂ ਬਾਹਰ ਜੇ ਕੰਮ ਕਰਨ ਗਿਆ ਉਹਦੇ ਨਾਲ ਕੋਈ ਸਾਂਝ, ਉਹਨੂੰ ਖੇਤਾਂ 'ਚ ਨਹੀਂ ਵੜਨ ਦੇਣਾ, ਉਹਨਾਂ ਨੂੰ ਪੱਠੇ ਨਹੀਂ ਦੇਣੇ, ਉਹਨਾਂ ਨੂੰ ਆਹ ਨਹੀਂ ਕਰਨਾ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਇਹ ਇੱਥੇ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ। ਆਹ ਫੋਟੋ ਹੈ ਮੇਰੇ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਠੀਕ ਹੈ ਜੀ। ਕਲਗੀਧਰ ਜੀ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਆ ਨਾ, ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਆਨੰਦਪੁਰ ਸਾਹਿਬ, ਉਸ ਵੇਲੇ ਰਾਜੇ ਮਹਾਰਾਜੇ ਵੀ ਖੜ੍ਹੇ ਆ ਅੰਮ੍ਰਿਤ ਛਕਣ ਵਾਲੇ, ਅਤੇ ਗਰੀਬ ਬੰਦੇ ਵੀ ਖੜ੍ਹੇ ਆ। ਜਦੋਂ ਗਰੀਬ ਵੀ ਖੜ੍ਹੇ ਆ, ਰਾਜੇ ਮਹਾਰਾਜੇ ਵੀ ਖੜ੍ਹੇ ਆ, ਉਸ ਵੇਲੇ ਅਮੀਰਾਂ ਨੇ ਇਹ ਕਿਹਾ ਸੀ, ਕਹਿੰਦੇ ਮਹਾਰਾਜ ਤੁਸੀਂ ਇਹਨਾਂ ਗਰੀਬਾਂ ਨੂੰ ਬਾਹਰ ਕੱਢ ਦਿਓ ਇੱਥੋਂ ਅੰਮ੍ਰਿਤ, ਅਸੀਂ ਇਹਨਾਂ ਦਾ ਜੂਠਾ ਨਹੀਂ ਛਕਣਾ। ਕਿਉਂ? ਇਹ ਗਰੀਬ ਆ। ਇੱਦਾਂ ਹੀ ਹੋਇਆ ਸੀ ਨਾ। ਅਤੇ ਕਲਗੀਧਰ ਜੀ ਨੇ ਕੀ ਕਿਹਾ ਸੀ? ਕਲਗੀਧਰ ਜੀ ਕਹਿੰਦੇ ਨੇ, ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਇਨਹੀ ਕੋ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਪੈਰਾਂ 'ਚ ਰੋਲਦੇ ਹੋ, ਜਿਨ੍ਹਾਂ ਨੂੰ ਤੁਸੀਂ ਲਤਾੜਦੇ ਹੋ, ਯਾਦ ਰੱਖਿਓ ਮੈਂ ਇਹਨਾਂ ਨੂੰ ਸਰਦਾਰੀਆਂ ਦਊਂਗਾ, ਇਹਨਾਂ ਨੂੰ ਪਦਵੀਆਂ ਦਊਂਗਾ। ਜਿਨ੍ਹਾਂ ਨੂੰ ਅੱਜ ਤੁਸੀਂ ਪੈਰਾਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰੋਲ ਰਹੇ ਹੋ, ਇਹਨਾਂ ਨੂੰ ਮੈਂ ਸਰਦਾਰੀਆਂ ਬਖਸ਼ੂੰ, ਇਹਨਾਂ ਨੂੰ ਮੈਂ ਥੱਲੇ ਤੋਂ ਉੱਪਰ ਚੱਕਣਾ ਹੈ। ਰਵਿਦਾਸ ਮਹਾਰਾਜ ਜੀ ਵੀ ਬਾਣੀ 'ਚ ਸਤਿਗੁਰੂ ਜੀ ਕਹਿੰਦੇ ਆ, ਨੀਚੋਂ ਊਚ ਕਰਹਿ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ। ਜਦੋਂ ਸਮਾਜ ਕਿਸੇ ਨੂੰ ਪੈਰਾਂ 'ਚ ਲਤਾੜਦਾ ਨਾ ਛੋਟਾ ਕਹਿ ਕੇ, ਅਕਾਲ ਪੁਰਖ ਜੀ ਉਹਨੂੰ ਉੱਚਾ ਚੱਕਦੇ ਆ। ਹੁਣ ਬਹੁਤ ਬੰਦਿਆਂ ਨੂੰ ਦੁੱਖ ਲੱਗੂਗਾ। ਮੈਂ ਇੱਕ ਆਪਣੀ ਘਟਨਾ ਤੁਹਾਨੂੰ ਦੱਸਦਾ। ਮੈਂ ਅੱਜ ਤੋਂ, ਕਿਉਂਕਿ ਹਰ ਸਾਲ ਸਮਾਗਮ ਹੁੰਦਾ ਹੈ ਆਪਣੇ ਇੱਥੇ ਨਗਰ ਦੇ ਵਿੱਚ ਦਾਸ ਦੇ ਜਥੇ ਵੱਲੋਂ,
ਹਰ ਸਾਲ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਸਮਰਪਿਤ ਕਰੀਦਾ। ਬਾਬਾ ਬੁੱਢਾ ਸਾਹਿਬ ਜੀ ਨੂੰ ਸਮਰਪਿਤ ਕੀਤਾ। ਹਰ ਸਾਲ ਕਿਸੇ ਨਾ ਕਿਸੇ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਜੀ ਨੂੰ ਸਮਰਪਿਤ ਹੁੰਦਾ। ਅਤੇ ਇੱਕ ਸਾਲ ਸਾਡਾ ਸਮਾਗਮ ਸੀ ਸਮਰਪਿਤ ਸਤਿਗੁਰ ਰਵਿਦਾਸ ਮਹਾਰਾਜ ਜੀ ਨੂੰ, ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ। ਅਤੇ ਜਦੋਂ ਪਿੰਡਾਂ ਦੇ ਵਿੱਚ ਸਾਡੇ ਜਥੇ ਵਾਲੇ ਸਿੰਘ ਪੋਸਟਰ ਲਾਉਂਦੇ ਸੀ ਨਾ, ਫਲੈਕਸਾਂ ਲਾਉਂਦੇ ਸੀ, ਤਾਂ ਪਿੰਡਾਂ ਦੇ ਲੋਕ ਪੁੱਛਦੇ ਸੀ ਜਿਹੜਾ ਭਾਈ ਮਨਜਿੰਦਰ ਸਿੰਘ ਆ ਇਹਦੀ ਜਾਤ ਕੀ ਆ? ਆਖੇ ਜੀ ਕਿਉਂ? ਕਹਿੰਦੇ ਰਵਿਦਾਸ ਦਾ ਇਹ ਸਮਾਗਮ ਕਰਾ ਰਿਹਾ। ਆਹ ਸੋਚ ਹੈ ਸਾਡੇ ਲੋਕਾਂ ਦੀ, ਚੰਗਿਆਂ ਭਲਿਆਂ ਦੀ, ਸਾਰਿਆਂ ਦੀ ਨਹੀਂ ਪਰ ਬਹੁਤਿਆਂ ਦੀ, ਕਿ ਜੇ ਮਨਜਿੰਦਰ ਸਿੰਘ ਰਵਿਦਾਸ ਜੀ ਦਾ ਸਮਾਗਮ ਕਰਾ ਰਿਹਾ ਇਹਦੀ ਜਾਤ ਕੀ ਹੈ? ਹੁਣ ਦਾਸ ਬੋਲ ਰਿਹਾ ਤੁਹਾਡੇ 'ਚ, ਤੁਹਾਨੂੰ ਪਤਾ ਜਿਹੜੇ ਕੋਈ ਪਰਸਨਲੀ ਜਾਣਦੇ ਉਹਨਾਂ ਦੀ ਗੱਲ ਵੱਖਰੀ, ਆਮ ਸੰਗਤਾਂ ਨੂੰ ਪਤਾ ਮੇਰੀ ਜਾਤ ਕੀ ਹੈ? ਨਹੀਂ, ਕਿਉਂਕਿ ਆਪਾਂ ਕਦੇ ਦੱਸਣੀ ਨਹੀਂ ਅਤੇ ਨਾ ਗੁਰੂ ਦਾ ਹੁਕਮ ਹੈ। ਮਾਰੇ ਕਹਿੰਦੇ ਨੇ, ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਜੋ ਸਿੱਖ ਸਿੱਖ ਕੀ ਪੂਛੇ ਜਾਤ ਉਹ ਨਹੀਂ ਸਿੱਖ ਮੇਰਾ ਆਦ ਜੁਗਾਦ। ਜਿਹੜਾ ਇੱਕ ਸਿੱਖ ਦੂਜੇ ਸਿੱਖ ਦੀ ਜਾਤ ਪੁੱਛਦਾ ਹੈ ਉਹਨੂੰ ਸਿੱਖ ਕਿੱਦਾਂ ਕਹਿ ਲਓਗੇ ਤੁਸੀਂ? ਉਹ ਸਿੱਖ ਹੋ ਹੀ ਨਹੀਂ ਸਕਦਾ। ਸਿੱਖ ਦੀ ਕੋਈ ਜਾਤ ਨਹੀਂ ਹੈ, ਸਿੱਖ ਦੀ ਇੱਕੋ ਹੀ ਹੈ, ਉਹ ਸਿੱਖ ਹੈ, ਉਹ ਸਿੰਘ ਹੈ। ਜੇ ਅੰਮ੍ਰਿਤ ਛਕ ਲਿਆ ਜਿਹੜਾ ਗੁਰੂ ਵਾਲਾ ਬਣ ਗਿਆ ਉਹ ਸਿੰਘ ਹੈ। ਨਹੀਂ ਗਗਨਦੀਪ ਸਿੰਘ ਜੀ, ਮੈਂ ਉਸੇ ਗੱਲ 'ਤੇ ਆ ਰਿਹਾ, ਇੰਨੀ ਕਾਹਲੀ ਨਾ ਕਰੋ, ਮੈਂ ਸਾਰੀ ਗੱਲ ਕਰ ਰਿਹਾ। ਮੈਂ ਸਾਰਾ ਉਹ ਬੇਸ ਬਣਾ ਕੇ ਤੁਹਾਡੇ ਨਾਲ ਬੇਨਤੀ ਕਰੂੰਗਾ ਨਾ, ਮੈਂ ਕੋਈ ਇੱਕ ਪੱਖ ਨਹੀਂ ਲੈਣਾ। ਮੈਂ ਪੈਸਿਆਂ ਦੀ ਗੱਲ ਨਹੀਂ ਕਰਦਾ, ਮੈਂ ਕਹਿੰਦਾ ਜੋ ਫਿਕਸ ਕੀਤਾ ਸਾਰਿਆਂ ਨਾਲ ਸਲਾਹ ਕਰਕੇ ਕਰ ਲਓ। ਮੈਂ ਇਸ ਗੱਲ ਦਾ ਇਤਰਾਜ਼ ਕਰਦਾ ਹਾਂ ਵੀ ਜਿਹੜਾ ਇਹ ਕਿਹਾ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਅਸੀਂ ਇਹ ਫੈਸਲਾ ਕੀਤਾ ਕਿ ਇਹਨਾਂ ਜੇ ਨਹੀਂ ਪਿੰਡ ਤੋਂ ਬਾਹਰ ਜਾ ਕੇ ਕੰਮ ਕੀਤਾ। ਹਾਂ, ਇਹ ਹੋ ਸਕਦਾ ਤੁਸੀਂ ਆਪਣੇ ਪਿੰਡ ਦਾ ਜਿੱਥੇ ਵੀ ਫੈਸਲਾ ਕਿਤੇ ਵੀ ਕਰਨਾ ਹੈ ਉਸ ਪਿੰਡ 'ਚ ਇਹ ਸ਼ਰਤਾਂ ਕਰੋ ਵੀ ਅਸੀਂ ਝੋਨੇ ਦੀ ਲਵਾਈ, ਅਸੀਂ ਮਜ਼ਦੂਰੀ ਇੰਨੀ ਦੇਣੀ ਹੈ। ਭਾਈ ਪੁੱਗਦਾ ਕਿਸੇ ਨੂੰ ਠੀਕ ਹੈ, ਨਹੀਂ ਤਾਂ ਜਿੱਥੇ ਤੁਹਾਨੂੰ ਮਿਲਦੀ ਹੈ ਜਾ ਕੇ ਕਰ ਲਓ, ਪਰ ਇੱਦਾਂ ਕਹਿਣਾ ਨਹੀਂ, ਕਿਉਂਕਿ ਅਗਲੇ ਨੂੰ ਬਾਹਰੋਂ ਜ਼ਿਆਦਾ ਮਿਲ ਸਕਦੇ ਆ। ਇਸੇ ਕਰਕੇ ਪਾਬੰਦੀ ਲਾਤੀ ਵੀ ਬਾਹਰ ਜਾ ਕੇ ਜੇ ਕੰਮ ਕੀਤਾ ਤੁਹਾਡੇ ਅਸੀਂ ਪੱਠੇ ਬੰਦ ਕਰਨੇ, ਤੁਹਾਡਾ ਅਸੀਂ ਭਾਂਡਾ ਵੱਖਰਾ ਕਰ ਦੇਣਾ, ਤੁਹਾਨੂੰ ਅਸੀਂ ਜਿਹੜਾ ਹੈ ਖੇਤਾਂ 'ਚ ਵੜਨਾ ਬੰਦ ਕਰ ਦੇਣਾ। ਫੈਸਲਾ ਕਿੱਥੇ ਹੋਇਆ ਜੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ। ਫੈਸਲਾ ਕਿੱਥੇ ਹੋਇਆ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਪੇਪਰ 'ਤੇ ਲਿਖਿਆ। ਅਤੇ ਸ਼ਰਮ ਨਹੀਂ ਆਉਂਦੀ? ਸ਼ਰਮ ਨਹੀਂ ਆਉਂਦੀ? ਮੈਂ ਤੁਹਾਨੂੰ ਫੋਟੋ ਦਿਖਾ ਲਈ ਮੇਰੇ ਦਸ਼ਮੇਸ਼ ਪਿਤਾ ਜੀ ਦੀ ਜਿਹੜੀ ਆਉਂਦੀ ਹੈ, ਆਹ ਦੇਖ। ਅਤੇ ਮੈਂ ਗੱਲ ਕਰ ਰਿਹਾ ਸੀ ਵੀ ਦਸ਼ਮੇਸ਼ ਪਿਤਾ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਆ ਉਦੋਂ ਮੇਰੇ ਅਰਗਿਆਂ ਨੇ, ਹੰਕਾਰੀਆਂ ਨੇ ਕਿਹਾ ਸੀ ਕਿ ਇਹਨਾਂ ਗਰੀਬਾਂ ਨੂੰ ਬਾਹਰ ਕੱਢੋ, ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਇਨਹੀਂ ਕੋ ਸਰਦਾਰ ਬਣਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਮਾਰੇ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਪੈਰਾਂ 'ਚ ਰੋਲੋਗੇ ਨਾ ਉਹਨਾਂ ਨੂੰ ਮੈਂ ਪਾਤਸ਼ਾਹੀਆਂ ਦਊਂਗਾ, ਅਤੇ ਦਿੱਤੀਆਂ ਨਹੀਂ। ਮੈਂ ਸਟੇਜ ਤੋਂ ਇਹ ਗੱਲ ਕਰਦਾ ਹੁੰਦਾ ਠੋਕ ਕੇ। ਕਿਹੜੀ? ਸੁਣਿਓ ਬੜੇ ਧਿਆਨ ਨਾਲ ਕਿ ਪਿਆਰਿਓ, ਅਸੀਂ ਅੱਜ ਤੋਂ ਪਿੱਛੇ ਚੱਲ ਜਾਈਏ 40-50 ਸਾਲ ਪਿੱਛੇ ਚੱਲ ਜਾਈਏ। 40-50 ਸਾਲਾਂ ਦੇ ਵਿੱਚ ਤੁਸੀਂ ਦੇਖਿਆ ਹੋਊ ਕੀ ਕਹਿੰਦੇ ਹੁੰਦੇ ਸੀ? ਚੱਲੋ ਪਾਣੀ ਆਓ ਆੜ 'ਚੋਂ ਪੀ, ਤੂੰ ਚਲੇ 'ਚੋਂ ਪਾਣੀ ਨਹੀਂ ਪੀ ਸਕਦਾ। ਗੱਲ ਜੇ ਸਾਡੇ ਘਰ ਅਗਲਾ ਪਸ਼ੂਆਂ ਨੂੰ ਪੱਠੇ ਪਾਉਂਦਾ ਸੀ ਜਾਂ ਮਜ਼ਦੂਰੀ ਕਰਦਾ ਸੀ, ਗਰੀਬੀ ਕੱਟਦਾ ਸੀ, ਅਸੀਂ ਉਹਨੂੰ ਕਹਿੰਦੇ ਸੀ ਤੇਰੇ ਭਾਂਡੇ ਉੱਧਰ ਤੂੜੀ ਵਾਲੇ ਕਮਰੇ 'ਚ ਵੱਖਰੇ ਰਹਿਣੇ ਆ। ਜੇ ਉਹ ਭਾਂਡੇ ਸਾਡੇ ਵਾਲੇ ਭਾਂਡਿਆਂ 'ਚ ਗਲਤੀ ਨਾਲ ਵੀ ਰਲ ਜਾਂਦੇ ਸੀ ਅਤੇ ਚੱਕ ਕੇ ਉਹ ਭਾਂਡੇ ਅੱਗ 'ਚ ਮਾਰ ਕੇ ਦੁਬਾਰਾ ਕਲੀ ਕਰਾਉਂਦੇ ਹੁੰਦੇ ਸੀ। ਆਹ ਸਾਡਾ ਹਾਲਾਤ ਹੁੰਦਾ ਸੀ। ਅਤੇ ਜਿਨ੍ਹਾਂ ਨੂੰ ਫਿਰ ਆਪਾਂ ਪੈਰਾਂ 'ਚ ਰੋਲਿਆ, ਉਹ ਕੋਈ SSP ਲੱਗ ਗਿਆ, ਅੱਗਿਓਂ ਆ ਕੇ ਕੋਈ DSP ਲੱਗ ਗਿਆ। ਫਿਰ ਹੁਣ ਰੋਣਾ ਕਾਹਦਾ? ਭਾਈ ਕਲਗੀਧਰ ਜੀ ਤਾਂ ਪਹਿਲਾਂ ਹੀ ਕਹਿ ਗਿਆ ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਵੀ ਜਿਹਨੂੰ ਤੁਸੀਂ ਰੋਲੋਗੇ ਮੈਂ ਤਾਂ ਭਾਈ ਉਹਨੂੰ ਉੱਚਾ ਚੱਕੂੰਗਾ ਸਮਾਜ ਵਿੱਚ। ਠੀਕ ਹੈ ਮੇਰੀ ਗੱਲ? ਖਾਲਸਾ ਗੁਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਸੰਗਤ ਜੁੜੀ ਹੈ ਸਾਰਿਆਂ ਨਾਲ ਫਤਿਹ ਪ੍ਰਵਾਨ ਕਰਿਓ ਜੀ। ਮੈਂ ਬੇਨਤੀ ਕਰ ਰਿਹਾ ਵਿੱਚੋਂ ਲੜੀ ਨਾ ਤੋੜੀਏ। ਹੁਣ ਦੁੱਖ ਇਸ ਗੱਲ ਦਾ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਕਹਿੰਦੇ ਅਸੀਂ ਫੈਸਲਾ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿੰਦੇ? ਗਰੀਬਾਂ ਦੀ ਰੋਟੀ ਬੰਦ ਕਰੋ।
ਸਭ ਤੋਂ ਵੱਡੀ ਮਿਸਾਲ ਯਾਰ ਤੁਹਾਡੇ ਸਾਹਮਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਆ। ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ ਨਾ ਗਰੀਬਾਂ ਨੂੰ ਬਾਹਰ ਕੱਢੋ, ਅਸੀਂ ਇੱਕ ਬਾਟੇ 'ਚ ਅੰਮ੍ਰਿਤ ਨਹੀਂ ਛਕਣਾ, ਇਹ ਨੀਚ ਲੋਕ ਨੇ, ਗਰੀਬ ਲੋਕ ਨੇ। ਜਿਹੜੇ ਤੁਸੀਂ ਅਮੀਰ ਬਣੇ ਹੋ ਚਲੋ ਬਾਹਰ, ਮੈਂ ਤਾਂ ਗਰੀਬਾਂ ਨੂੰ ਹੀ ਅੰਮ੍ਰਿਤ ਛਕਾਊਂ, ਇਹਨਾਂ ਨੂੰ ਸਰਦਾਰੀਆਂ ਦਊਂ, ਇਹਨਾਂ ਨੂੰ ਤਖਤਾਂ 'ਤੇ ਬਿਠਾਊਂ। ਬਿਠਾਇਆ ਕਿ ਨਹੀਂ ਬਿਠਾਇਆ? ਜਿਨ੍ਹਾਂ ਨੇ ਕਦੇ ਨੰਗੀ ਕਰਦ ਵੀ ਨਹੀਂ ਸੀ ਫੜੀ, ਉਹਨਾਂ ਨੂੰ ਵੀ ਮਹਾਰਾਜ ਨੇ ਜੰਗ ਦੇ ਮੈਦਾਨ 'ਚ ਸ਼੍ਰੀ ਸਾਹਿਬਾਂ ਫੜਾਈਆਂ ਕਿ ਨਹੀਂ ਫੜਾਈਆਂ? ਕਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇਹ ਕਹਿੰਦੇ ਆ ਬਾਣੀ ਦੇ ਵਿੱਚ ਵੀ ਕਿਸੇ ਦਾ ਹੱਕ ਮਾਰੋ, ਕਿਸੇ ਨੂੰ ਰੋਟੀ ਨਹੀਂ ਦੇਣੀ, ਕਿਸੇ ਨਾਲ ਤੁਸੀਂ ਧੱਕਾ ਕਰਨਾ? ਕਿੱਥੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ? ਕੋਈ ਇੱਕ ਪੰਕਤੀ ਮੈਨੂੰ ਦਿਖਾ ਦਿਓ। ਮਹਾਰਾਜ ਕੀ ਕਹਿੰਦੇ ਆ? 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਮਹਾਰਾਜ ਕਹਿੰਦੇ 68 ਤੀਰਥਾਂ ਦਾ ਫਲ ਤੁਹਾਨੂੰ ਮਿਲ ਜੂ ਜੇ ਇੱਕ ਜੀਵ ਦੇ ਉੱਤੇ ਦਇਆ ਕਰ ਦਾਂਗੇ। ਜਿਹੜੇ ਮੈਨੂੰ ਪਰਸਨਲੀ ਜਾਣਦੇ ਆ ਉਹ ਮੇਰੀ ਜਾਤ ਜਾਣਦੇ ਹੋਣਗੇ, ਜੋ ਕਿ ਅਸੀਂ ਨਹੀਂ ਮੰਨਦੇ, ਦੁਨੀਆ ਮੰਨਦੀ ਹੋਊ। ਮਹਾਰਾਜ ਨੇ ਬਾਣੀ 'ਚ ਵੀ ਕਿਹਾ, ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਮਹਾਰਾਜ ਕਹਿੰਦੇ ਆਪਣੀ ਜਾਤ ਦਾ ਕਦੇ ਕੋਈ ਵੀ ਬੰਦਾ ਹੰਕਾਰ ਨਾ, ਕੋਈ ਵੀ ਜਾਤੀ ਦਾ ਬੰਦਾ ਹੈ, ਕੋਈ ਇੱਕ ਨਹੀਂ, ਕੋਈ ਵੀ ਹੈ, ਕਦੇ ਆਪਣੀ ਜਾਤ ਦਾ ਹੰਕਾਰ ਨਾ ਕਰਿਓ, ਕਿਉਂਕਿ ਬਾਣੀ ਸਾਰਿਆਂ ਲਈ ਹੈ, ਬਾਣੀ ਸਭ ਦੀ ਸਾਂਝੀ ਹੈ, ਬਾਣੀ ਸਭ ਨੂੰ ਉਪਦੇਸ਼ ਦਿੰਦੀ ਹੈ। ਮਹਾਰਾਜ ਕਹਿੰਦੇ ਨੇ ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਕਹਿੰਦੇ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਆਪਣੀ ਜਾਤ ਦਾ ਹੰਕਾਰ ਨਾ ਕਰੀ, ਨਹੀਂ ਤਾਂ ਤੇਰੇ ਮਨ 'ਚ ਵਿਕਾਰ ਚੱਲਣਗੇ। ਦੇਖੋ ਜੀ, ਮੇਰੀ ਨਾ ਤਾਂ ਕਿਸੇ ਕੋਈ ਮੇਰਾ ਹੈ, ਇਹ ਮੈਂ ਤੁਹਾਨੂੰ ਕਹਿ ਲਵਾਂ ਵੀ ਮੈਂ ਲਿਹਾਜ਼ ਨਹੀਂ ਵੀ ਮੈਨੂੰ ਕੋਈ ਫਲਾਨਾ ਚੰਗਾ ਕਵੇ, ਮੈਨੂੰ ਕੋਈ ਫਲਾਨਾ ਚੰਗਾ ਕਵੇ, ਮੈਂ ਲੋਲੋ ਪੋਪੋ ਕਰੀ ਜਾਵਾਂ, ਮੇਰੇ ਕੋਲ ਨਹੀਂ ਇਹ ਹੁੰਦਾ। ਤਾਂ ਹੀ ਮੇਰੇ ਨਾਲ ਬਹਿ ਕੇ ਬਹੁਤ ਘੱਟ ਲੋਕ ਰਾਜੀ ਆ, ਇਸੇ ਕਰਕੇ, ਕਿਉਂਕਿ ਮੈਂ ਜੋ ਸੱਚੀ ਗੱਲ ਹੈ ਉਹ ਤੁਹਾਡੇ ਸੰਗਤਾਂ ਨਾਲ ਸਾਂਝੀ ਕਰਨੀ। ਕਲਗੀਧਰ ਪਾਤਸ਼ਾਹ ਜੀ ਦਾ ਬਚਨ ਸੀ ਕਿ ਗਰੀਬਾਂ ਨੂੰ ਮੈਂ ਬਾਦਸ਼ਾਹੀਆਂ ਦਊਂ ਜਿਨ੍ਹਾਂ ਨੂੰ ਤੁਸੀਂ ਪੈਰਾਂ 'ਚ ਰੋਲਦੇ ਹੋ। ਤੇ ਯਾਰ ਆਪਾਂ ਸੰਗ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਇਹ ਫੈਸਲੇ ਲੈ ਜਾਂਦੇ ਆ। ਹਾਂ, ਮੈਂ ਇਸ ਕਹਾਂਗੇ ਕਿ ਜਿਹੜੇ ਪਿੰਡ 'ਚ ਸਾਰਾ ਪਿੰਡ ਇਕੱਠਾ ਕਰ ਲਓ, ਸਾਰਾ ਪਿੰਡ ਸਾਂਝੀ ਥਾਂ ਤੇ ਪੰਚਾਇਤ ਘਰ 'ਚ ਕਿਤੇ ਵੀ ਇਕੱਠਾ ਕਰ ਲਓ, ਜੰਝ ਘਰ 'ਚ, ਉੱਥੇ ਇਕੱਠੇ ਕਰਕੇ ਸਾਰੇ ਮਜ਼ਦੂਰ ਭਰਾਵਾਂ ਨੂੰ ਵੀ ਸੱਦੋ, ਸਾਰੇ ਮੋਹਤਬਾਰਾਂ ਨੂੰ ਵੀ ਸੱਦੋ, ਸਾਰਿਆਂ ਦੇ ਵਿੱਚ ਬਹਿ ਕੇ ਗੱਲ ਕਰੋ ਵੀ ਭਾਈ ਸਾਹਿਬ ਆਪਾਂ ਸਲਾਹ ਨਾਲ ਰੇਟ ਪੱਕਾ ਕਰਾਂਗੇ। ਇਸ ਤੋਂ ਬਾਅਦ ਤੁਸੀਂ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪਣੇ ਨਗਰ ਦਾ ਕੰਮ ਨਿਬੇੜ ਕੇ ਤੁਸੀਂ ਜਿੱਥੇ ਮਰਜ਼ੀ ਜਾਓ। ਕਈ ਪਿੰਡਾਂ ਨੇ ਲਿਖਿਆ ਵੀ ਪਿੰਡ ਦਾ ਕੰਮ ਨਿਬੇੜ ਕੇ ਫਿਰ ਬਾਹਰ ਜਾਓ। ਕਈਆਂ ਨੇ ਲਿਖਿਆ ਕਿ ਪਿੰਡ 'ਚ ਜੇ ਛੱਡ ਕੇ ਬਾਹਰ ਜਾਓਗੇ ਤੇ ਪਿੰਡ 'ਚ ਤੁਹਾਡੇ ਨਾਲ ਰਿਸ਼ਤਾ ਹੀ ਖਤਮ ਕਰ ਦੇਣਾ। ਵੀ ਇਹ ਨਾਦਰਸ਼ਾਹੀ ਫਰਮਾਨ ਹੈ ਪਿਆਰਿਓ, ਇਹ ਗੁਰੂ ਦਾ ਸਿਧਾਂਤ ਨਹੀਂ ਹੈ। ਸਿੱਖ ਤੇ ਧੱਕਾ ਰੋਕਦਾ ਹੈ, ਸਿੱਖ ਤੇ ਧੱਕਾ ਜਿਹੜਾ ਹੋ ਰਿਹਾ ਉਹਨੂੰ ਟੋਕਦਾ ਹੈ, ਉਹਨੂੰ ਰੋਕਦਾ ਹੈ। ਤੇ ਆਪਾਂ ਸਿੱਖ ਹੋ ਕੇ ਜਾਂ ਆਪਾਂ ਮੋਹਤਬਾਰ ਹੋ ਕੇ ਕਿਸੇ ਵੀ ਧਰਮ ਦੇ ਤੇ ਦੂਜੇ ਦੇ ਉੱਤੇ ਤਸ਼ੱਦਦ ਕਰਾਂਗੇ, ਮੈਨੂੰ ਦੱਸੋ ਕਿਹੜੇ ਗੁਰੂ ਸਾਹਿਬ ਜੀ ਤੁਹਾਨੂੰ ਬਖਸ਼ ਦੇਣਗੇ? ਮੈਨੂੰ ਦੱਸੋ ਤਾਂ ਸਹੀ ਜਰਾ। ਭਾਈ ਲਾਲੋ ਭੁੱਲ ਗਏ? ਲਾਲੋ ਜੀ ਨੂੰ ਭੁੱਲ ਗਏ? ਗੁਰੂ ਨਾਨਕ ਮਹਾਰਾਜ ਮਲਕ ਭਾਗੋ ਛੱਡ ਕੇ ਮਲਕ ਭਾਗੋ ਦੇ ਮਹਿਲ, ਪੂੜੀਆਂ, ਖੀਰ, ਉੱਥੇ 36 ਤਰ੍ਹਾਂ ਦਾ ਭੋਜਨ ਛੱਡ ਕੇ ਉਹ ਲਾਲੋ ਕਿਰਤੀ ਦੇ ਘਰ ਗਏ, ਜਿੱਥੇ ਜਾ ਕੇ ਧਰਤੀ ਤੇ ਬੈਠ ਕੇ ਉਹਨਾਂ ਨੇ ਕੋਧਰੇ ਦਾ ਪ੍ਰਸ਼ਾਦਾ ਛਕਿਆ। ਤੇ ਮੇਰੇ ਵਰਗਾ ਅੱਜ ਕੋਈ ਹੋਊਗਾ ਜਿਹੜਾ ਇੱਦਾਂ ਗਰੀਬ ਦੇ ਘਰ ਜਾ ਕੇ ਰੋਟੀ ਖਾ ਲੂ, ਨਹੀਂ ਤਾਂ ਅਸੀਂ ਉੱਥੇ ਜਾਣਾ ਜਿੱਥੇ ਚਿੱਟੀਆਂ ਚਾਦਰਾਂ ਵਿਛੀਆਂ ਹੋਣ, ਜਿੱਥੇ ਸਾਡੀ ਜੁੱਤੀ ਚੱਕਣ ਨੂੰ ਵੀ ਅੱਗੇ ਪਿੱਛੇ ਲੋਕ ਫਿਰਦੇ ਹੋਣ। ਅਸੀਂ ਉੱਥੇ ਜਾਣਾ ਹੈ। ਲਾਲੋ ਤੇ ਵਿਚਾਰਾ ਅੱਜ ਤਰਸਦਾ ਫਿਰਦਾ ਹੈ। ਨਹੀਂ ਸੁਖਮੇਲ ਸਿੰਘ ਜੀ, ਮੈਂ ਬੇਨਤੀ ਪਤਾ ਕੀ ਕਰਾਂ ਜੀ, ਮੈਂ ਇੱਥੇ ਜੱਟ, ਝੀਵਰ, ਨਾਈ, ਸ਼ੀਂਬੇ, ਮੈਂ ਇਸ ਜਾਤਾਂ ਨੂੰ ਲੈ ਕੇ ਨਹੀਂ ਬਹਿਸ ਕਰ ਰਿਹਾ।
ਹੁਣ ਜਿਹੜੀ ਪੰਚਾਇਤ ਬਣੀ ਹੋ ਉਹਨਾਂ ਪਿੰਡਾਂ ਦੀ, ਜਿਨ੍ਹਾਂ ਪਿੰਡਾਂ 'ਚ ਫੈਸਲੇ ਹੋਏ, ਉੱਥੇ ਜ਼ਰੂਰੀ ਨਹੀਂ ਵੀ ਸਾਰੇ ਉਹ ਇੱਕ ਬਰਾਦਰੀ ਦੇ ਬੰਦੇ ਹੋਣ, ਸਾਰੇ ਰਲਵੇਂ ਹੀ ਹੋਣਗੇ ਮੋਹਤਬਾਰ। ਹਰ ਇੱਕ ਧਰਮ ਦੇ ਵਿੱਚ ਚੰਗੇ ਤੇ ਮਾੜੇ ਬੰਦੇ ਹੁੰਦੇ, ਪਰ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ। ਧਰਮ ਸਾਰੇ ਚੰਗੇ ਨੇ, ਪਰ ਸਾਰੇ ਧਰਮਾਂ ਦੇ ਵਿੱਚ ਮਾੜੇ ਲੋਕ ਤੇ ਚੰਗੇ ਲੋਕ ਹੋ ਸਕਦੇ। ਤੇ ਜਿਹੜੇ ਲੋਕ, ਮੈਂ ਤਾਂ ਪਹਿਲਾਂ ਗੱਲ ਨਿਬੇੜ ਦਿੱਤੀ ਵੀ ਜਿਹੜੇ ਲੋਕ ਜਾਤ ਦਾ ਮਾਣ ਕਰੂਗੇ, ਭਾਵੇਂ ਕਿਸੇ ਵੀ ਜਾਤ 'ਚ ਪੈਦਾ ਹੋਏ ਹੋਣ, ਮਹਾਰਾਜ ਉਹਨੂੰ ਮੂਰਖ ਕਹਿੰਦੇ ਆ। ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ। ਗੁਰੂ ਗ੍ਰੰਥ ਸਾਹਿਬ ਜੀ ਦੀ ਮੋਹਰ ਤੋਂ ਉੱਤੇ ਤਾਂ ਕੋਈ ਮੋਹਰ ਨਹੀਂ ਦੁਨੀਆ ਤੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਤਾਂ ਕਿਸੇ ਦੀ ਮੋਹਰ ਨਹੀਂ ਲੱਗ ਸਕਦੀ। ਇਹੀ ਆ ਨਾ, ਗੁਰੂ ਗ੍ਰੰਥ ਸਾਹਿਬ ਜੀ 'ਚੋਂ ਕਹਿ ਰਹੇ ਆ, ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ। ਜਾਂ ਹੋਰ ਪੰਕਤੀ ਆਉਂਦੀ, ਜਾਤ ਕਾ ਗਰਭ ਨਾ ਕਰਿਓ ਕੋਈ, ਵੀ ਆਪਣੀ ਜਾਤ ਦਾ ਕਦੇ ਵੀ ਕੋਈ ਵੀ ਬੰਦਾ ਆਪਣੀ ਜਾਤ ਦਾ ਮਾਣ ਹੰਕਾਰ ਨਾ ਕਰੇ। ਆਪਾਂ ਨਾਦਰਸ਼ਾਹੀ ਫਰਮਾਨ ਦਿੰਦੇ ਆ ਜੀ। ਸੋ ਮੇਰੀ ਭਰਾਵਾਂ ਨੂੰ ਬੇਨਤੀ ਆ, ਉਹਨਾਂ ਪਿੰਡਾਂ ਵਾਲਿਆਂ ਨੂੰ, ਜੇ ਕੋਈ ਸੁਣਦਾ ਹੋ, ਕਿ ਪਿਆਰਿਓ ਤੁਸੀਂ ਆਪੋ ਆਪਣੇ ਪਿੰਡਾਂ 'ਚ ਸਭ ਨੂੰ ਨਾਲ ਲੈ ਕੇ ਸਲਾਹ ਕਰੋ। ਸਾਰੇ ਪਿੰਡਾਂ ਨੂੰ ਨਾਲ ਲੈ ਕੇ, ਸਾਰੇ ਨਗਰ ਦੇ ਪਤਵੰਤੇ, ਸਾਰੇ ਨਗਰ ਦੇ ਆਮ ਲੋਕ, ਚਾਹੇ ਅਮੀਰ ਚਾਹੇ ਗਰੀਬ, ਸਲਾਹ ਕਰੋ ਵੀ ਭਾਈ ਆਪਣੇ ਨਗਰ 'ਚ ਆਹ ਰੇਟ ਹੈ, ਆਹ ਰੇਟ 'ਤੇ ਤੁਸੀਂ ਸਾਰਿਆਂ ਨੇ, ਕਾਰਜ ਮਜ਼ਦੂਰਾਂ ਨੇ ਮਜ਼ਦੂਰੀ ਕਰਨੀ, ਕਾਮਿਆਂ ਨੇ ਕੰਮ ਕਰਨਾ। ਸਾਡੇ ਤਾਂ ਬੱਚੇ ਵੀ ਅੱਗੇ ਟਰੈਕਟਰ ਚਲਾ ਕੇ ਰਾਜੀ ਨਹੀਂ ਹੈਗੇ, ਇੰਨਾ ਅਸੀਂ ਦੂਜੇ ਦੇ ਉੱਤੇ ਡਿਪੈਂਡ ਹੋ ਗਏ, ਦੂਜੇ ਦੇ ਉੱਤੇ ਨਿਰਭਰ ਹੋ ਗਏ। ਸੋ ਮੇਰੀ ਬੇਨਤੀ ਆ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨਹੀਂ। ਹਾਂ, ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ। ਗਾਲਾਂ ਵੀ ਕੱਢਣੀਆਂ ਹੋਈਆਂ ਮੈਨੂੰ, ਜਿਹੜਾ ਕੋਈ ਬਾਅਦ 'ਚ ਸੁਣੂ ਕੱਢੀ ਜਾਇਓ, ਕੋਈ ਪਰਵਾਹ ਨਹੀਂ। ਇੱਕ ਮਹਾਂਪੁਰਸ਼ ਧਾਰਨਾ ਪੜ੍ਹਿਆ ਕਰਦੇ ਆ। ਮਹਾਂਪੁਰਸ਼ ਕਹਿੰਦੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਸੱਚ ਹਮੇਸ਼ਾ ਤੱਤੀ ਤਵੀ ਤੇ ਬਹਿੰਦਾ ਆਇਆ। ਸੱਚ ਨੂੰ ਹਮੇਸ਼ਾ ਆਰੇ ਥੱਲੇ ਖੜਨਾ ਪਿਆ, ਸੱਚ ਨੂੰ ਹਮੇਸ਼ਾ ਦੇਗਾਂ ਵਿੱਚ ਕੱਢਣਾ ਪਿਆ। ਤੇ ਜੇ ਊਚ ਨੀਚ ਆਪਾਂ ਕੱਢ ਦਈਏ ਨਾ, ਕੋਈ ਤੁਹਾਡੇ ਗੁਰੂ ਨਾਲੋਂ ਕੋਈ ਟੁੱਟ ਨਹੀਂ ਸਕਦਾ ਤੇ ਦੂਜੇ ਥਾਂ ਜਾ ਕੇ ਕਿਸੇ ਦੇ ਘਰ ਨਹੀਂ ਭਰ ਸਕਦਾ। ਮੈਂ ਇੱਕ ਬੇਨਤੀ ਕਰਾਂ ਗਗਨਦੀਪ ਸਿੰਘ ਜੀ, ਕਿ ਜਦੋਂ ਗੁਰਸਿੱਖ ਨੇ ਕੋਈ ਕਰਮ ਕਰ ਦਿੱਤਾ ਨਾ, ਮੰਨ ਲਓ ਵੀ ਮੈਂ ਲੰਗਰ ਲਾਇਆ ਸੰਗਤ ਦੇ ਸਹਿਯੋਗ ਨਾਲ, ਆਪਾਂ ਮੋਹਰੇ ਹੋ ਕੇ, ਜਾਂ ਆਪਾਂ ਕਿਸੇ ਨੂੰ ਕੋਈ ਮਦਦ ਕੀਤੀ, ਕਰ ਦਿੱਤੀ, ਬੀਜ ਪਾਤਾ, ਉਹਦੇ 'ਤੇ ਮਿੱਟੀ ਪਾ ਦਿਓ। ਕਣਕ ਬੀਜੀ ਦੀ ਹੈ, ਪੱਠੇ, ਕਣਕ, ਝੋਨਾ, ਮੱਕੀ, ਜੋ ਵੀ ਬੀਜੀ ਦਾ, ਜਿੰਨਾ ਚਿਰ ਉਹ ਧਰਤੀ 'ਚ ਬੀਜ ਪਾ ਕੇ ਉੱਤੋਂ ਬੰਦ ਨਹੀਂ ਨਾ ਕਰਦੇ, ਉਹ ਜੰਮਦਾ ਨਹੀਂ। ਛਿੱਟਾ ਦੇ ਕੇ ਸੁਹਾਗਾ ਨਾ ਮਾਰੀਏ, ਉਹ ਬੀਜ ਨੰਗਾ ਰਹਿ ਜਾਂਦਾ, ਉਹਨੂੰ ਜਾਂ ਕਾਂ ਚੱਕ ਕੇ ਲੈ ਜਾਂਦੇ ਜਾਂ ਅੱਗ ਨਾਲ ਸੜ ਜਾਂਦਾ। ਉਹ ਅਸੀਂ ਆਪਣਾ ਕਰਮ ਕਰਤਾ, ਅਸੀਂ ਆਪਣੇ ਵੱਲੋਂ ਸੇਵਾ ਕਰਤੀ। ਅੱਗੇ ਉਹ ਬੰਦਾ ਕੀ ਸੋਚਦਾ ਹੈ, ਅੱਗੇ ਲੋਕ ਕੀ ਸੋਚਦੇ ਹੈ, ਲੋਕਾਂ ਨੂੰ ਆਪਣਾ ਆਪ ਸਫਾਈ ਨਹੀਂ ਦੇਣੀ ਵੀ ਮੈਂ ਕਿੱਦਾਂ ਦਾ। ਹਰ ਕਿਸੇ ਲਈ ਲੋਕ ਬੋਲਦੇ ਹੈ। ਇੱਥੇ ਤੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਕੋਈ ਗੁਰੂ ਨਾਨਕ ਮਹਾਰਾਜ ਜੀ ਨੂੰ ਬੇਤਾਲਾ ਭੂਤਨਾ ਬਾਣੀ ਕਹਿ ਰਹੀ ਹੈ ਵੀ ਗੁਰੂ ਨਾਨਕ ਮਹਾਰਾਜ ਨੂੰ ਆਹ ਕੁਝ ਲੋਕਾਂ ਨੇ ਕਿਹਾ। ਆਪਾਂ ਕਿਹਦੇ ਵਿਚਾਰੇ ਹਾਂ ਜੀ? ਆਪਾਂ ਤਾਂ ਮੂਲੀ ਤੋਂ ਵੀ ਮਾਮੂਲੀ ਹਾਂ। ਮੂਲੀ ਦੀ ਵੀ ਕੋਈ ਹਸਤੀ ਹੁੰਦੀ ਹੈ, ਆਪਾਂ ਮੂਲੀ ਵੀ ਨਹੀਂ ਗੇ। ਕਹਿੰਦਾ ਨਹੀਂ ਤੂੰ ਕਿਹੜੇ ਬਾਗ ਦੀ ਮੂਲੀ ਹੈ। ਗੁਰੂ ਸਾਹਿਬ ਜੀ ਦੇ ਅੱਗੇ ਅਸੀਂ ਮੂਲੀ ਕੀ, ਅਸੀਂ ਮਾਮੂਲੀ ਵੀ ਨਹੀਂ। ਉਹਨਾਂ ਦੇ ਚਰਨਾਂ ਦੇ ਗੂਠੇ ਨੂੰ ਲੱਗੀ ਧੂੜ ਵਰਗੇ ਵੀ ਨਹੀਂ। ਪਰ ਇੱਕ ਜਿਹੜਾ ਮਾਰਗ ਸਾਨੂੰ ਦੇ ਗਿਆ, ਉਹਦੇ 'ਤੇ ਤੁਰ ਤਾਂ ਆਪਾਂ ਸਕਦੇ, ਸਾਨੂੰ ਲੋਕਾਂ ਨਾਲ ਨਹੀਂ। ਮੈਂ ਇੰਨਾ ਸੱਚਾ ਨਹੀਂ ਲੱਕੀ ਭੁੱਲਰ ਜੀ। ਮੈਂ ਤੇ ਉਹ ਗੱਲ ਕਰਦਾ ਜੋ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਆ। ਤੇ ਦੁੱਖ ਮੈਨੂੰ ਇੱਥੋਂ ਲੱਗਾ ਸੀ ਵੀ ਠੀਕ ਆ, ਤੁਸੀਂ ਪਿੰਡਾਂ 'ਚ ਸਲਾਹ ਕਰੋ। ਇਹ ਵੀ ਗਲਤ ਗੱਲ ਆ ਵੀ ਕਿਸੇ ਨੇ ਕਹਿਣਾ ਸਾਨੂੰ 7000 ਕਿੱਲੇ ਦਾ ਚਾਹੀਦਾ ਝੋਨੇ ਦਾ। ਭਾਈ ਗਾਂ ਨਿਕਲੂਗਾ ਕਿੱਥੋਂ? ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਪਤਾ ਕੀ ਕਿਹਾ ਕਰਦੇ ਸੀਗੇ?
ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕਿ ਸਭ ਤੋਂ ਸੱਚੀ ਤੇ ਸੁੱਚੀ ਕਿਰਤ ਇੱਕ ਖੇਤੀ ਕਰਨ ਵਾਲੇ ਦੀ ਹੁੰਦੀ ਹੈ। ਕਿਉਂ? ਕਿਉਂਕਿ ਉਹਨੇ ਬੀਜ ਪਾਇਆ ਹੋਣਾ ਹੈ, ਉਹਨੂੰ ਇਹ ਆਸ ਨਹੀਂ ਵੀ ਇਹ ਮੁੜ ਕੇ ਆ ਜਾਊਗਾ ਮੇਰੇ ਘਰ, ਇਹਦਾ ਫਲਕ ਨਹੀਂ, ਉਹ ਅਕਾਲ ਪੁਰਖ ਦੇ ਹੱਥ 'ਚ। ਸਾਨੂੰ ਵੀ ਸੋਚਣਾ ਚਾਹੀਦਾ ਜੇ ਅਸੀਂ ਫਿਰ ਇਕੱਲੇ ਪਿੰਡਾਂ ਦੇ ਮਜ਼ਦੂਰ ਕਿਉਂ, ਜਿਹੜੇ ਪ੍ਰਵਾਸੀ ਵੀ ਮੰਗਦੇ ਆ ਫਿਰ ਉਹਨਾਂ ਦਾ ਵੀ ਬਾਈਕਾਟ ਕਰੋ, ਉਹਨਾਂ ਦਾ ਵੀ ਬਾਈਕਾਟ ਕਰੀਏ। ਫਿਰ ਮੈਂ ਇਹ ਨਹੀਂ ਕਹਿ ਰਿਹਾ ਮੈਂ ਸੱਚਾ, ਮੈਂ ਇਹ ਕਹਿ ਰਿਹਾ ਕਿ ਮੈਂ ਉਹ ਬੇਨਤੀ ਤੁਹਾਡੇ 'ਚ ਕਰਦਾ ਜੋ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿ ਰਹੇ ਨੇ, ਜੋ ਗੁਰੂ ਕਲਗੀਧਰ ਜੀ ਨੇ ਰਾਹ ਬਣਾਇਆ, ਉਹ ਦੱਸ ਰਿਹਾ ਭਾਈ ਉਹ ਰਸਤਾ ਆ ਹੈ। ਬੱਚੇ ਦੀ ਮਾਂ ਗੰਦਗੀ ਸਾਫ਼ ਕਰਦੀ ਨਾ ਬਚਪਨ ਵਿੱਚ ਹੱਥ ਨਾਲ, ਮਹਾਂਪੁਰਸ਼ੇ ਬਚਨ ਕਰਦੇ ਸੀ, ਇੱਕ ਦਿਨ ਮੈਂ ਸੁਣਿਆ, ਮਾਂ ਬੱਚੇ ਦੀ ਗੰਦਗੀ ਸਾਫ਼ ਕਰਦੀ ਬਚਪਨ ਵਿੱਚ ਹੱਥ ਨਾਲ, ਤੇ ਜਿਹੜਾ ਨਿੰਦਕ ਬੰਦਾ ਹੁੰਦਾ ਉਹ ਗੰਦਗੀ ਬੰਦੇ ਦੀ ਸਾਫ਼ ਕਰਦਾ ਜੀਭ ਨਾਲ, ਕਰਮਾਂ ਨੂੰ ਜਿਹੜੀ ਗੰਦਗੀ ਲੱਗੀ ਹੈ। ਕਬੀਰ ਸਾਹਿਬ ਜੀ ਦਾ ਬਚਨ ਪੜ੍ਹੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ, ਨਿੰਦਿਆ ਦੇ ਉੱਤੇ ਉਹਨਾਂ ਨੇ ਕੀ ਉਚਾਰਨ ਕੀਤਾ, ਨਿੰਦਕ ਹਮਰੇ ਕੱਪੜੇ ਧੋਏ, ਨਿੰਦਕ ਮੇਰੇ ਮੈਲੇ ਕੱਪੜੇ ਧੋ ਰਿਹਾ, ਮੇਰੇ ਭਾਵ ਕਰਮਾਂ ਰੂਪੀ ਕੱਪੜੇ ਨਿੰਦਿਆ ਨਾਲ ਜਦੋਂ ਮੇਰੀ ਨਿੰਦਿਆ ਕਰੂਗਾ ਉਹ ਮੇਰੇ ਕੱਪੜੇ ਧੋ ਰਿਹਾ ਨਿੰਦਿਆ ਕਰ ਕਰਕੇ। ਪਰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਹੈ ਕਿ ਕਿਸੇ 'ਤੇ ਆਪਾਂ ਨਾਦਰਸ਼ਾਹੀ ਫਰਮਾਨ ਦਈਏ। ਹਾਂ, ਇਹ ਕਹਿ ਸਕਦੇ ਹਾਂ ਆਪਾਂ ਕਿ ਸਾਡੇ ਪਿੰਡ ਆਹ ਰੇਟ ਹੋਊਗਾ ਜੀ, ਜੇ ਕਿਸੇ ਨੂੰ ਪੁੱਗਦਾ ਕਰੋ, ਨਹੀਂ ਤਾਂ ਤੁਸੀਂ ਜਿੱਥੋਂ ਜ਼ਿਆਦਾ ਮਿਲਦਾ ਉੱਥੇ ਕਰ ਲਓ। ਇਹ ਗੱਲ ਨਹੀਂ ਬਣਦੀ ਬਈ ਜੇ ਕਿਸੇ ਨੇ ਬਾਹਰ ਜਾ ਕੇ ਕੰਮ ਕੀਤਾ ਅਤੇ ਉਹਦਾ ਅਸੀਂ ਪਿੰਡ 'ਚ ਖੇਤਾਂ 'ਚ ਵੜਨਾ ਬੰਦ ਕਰਾਂਗੇ, ਪਿੰਡ 'ਚ ਅਸੀਂ ਭਾਂਡੇ ਦੀ ਸਾਂਝ ਖਤਮ ਕਰਾਂਗੇ। ਫਿਰ ਗੁਰਸਿੱਖੀ ਜਾਂ ਗੁਰੂ ਕਾ ਬਚਨ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਆ ਫੈਸਲਾ ਕੀਤਾ ਜੀ। ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿੰਦੇ ਆ ਮਜ਼ਲੂਮ ਦੀ, ਗਰੀਬ ਦੀ, ਲੋੜਵੰਦ ਦੀ ਤੁਸੀਂ ਮਦਦ ਕਰੋ, ਉਹਦੀ ਬਾਂਹ ਫੜੋ। ਸਮਝ ਗਏ ਨਾ? ਕਈ ਦਿਨ ਹੋ ਗਏ ਸੀਗੇ ਮੈਨੂੰ ਵੀਰ ਭਰਾ ਸਾਡੇ ਕਹਿ ਰਹੇ ਸੀ ਵੀ ਤੁਸੀਂ ਇੱਧਰ ਕਿਉਂ ਨਹੀਂ ਬੋਲਦੇ। ਹੋ ਸਕਦਾ ਕਈਆਂ ਦੇ ਮਨ 'ਚ ਇਹ ਵੀ ਹੋਵੇ ਵੀ ਇਹ ਖਰੇ ਤਾਂ ਨਹੀਂ ਬੋਲਦਾ ਵੀ ਇਹ ਉਹਨਾਂ ਦਾ ਹਮੈਤੀ ਹੋਵੇ। ਨਹੀਂ, ਮੈਂ ਦੇਖਦਾ ਸੀ ਵੀ ਕੌਣ ਕੌਣ ਬੋਲਦਾ, ਕੌਣ ਕੌਣ ਬੋਲਦਾ ਹੈ। ਪਰ ਅਫਸੋਸ ਕੁਛ ਕੁ ਮਾਤਰ ਵੀਰ ਕੋਈ ਤਾਂ ਨਹੀਂ ਇਸ ਗੱਲ ਦੇ ਉੱਤੇ ਬੋਲਿਆ ਵੀ ਯਾਰ ਤੁਸੀਂ ਆਪਣੇ ਆਪ ਨੂੰ ਉਸ ਜਗ੍ਹਾ ਰੱਖ ਕੇ ਦੇਖੋ ਜਿੱਥੇ ਉਹ ਗਰੀਬ ਬੈਠਾ। ਅੱਜ ਆ ਸੜਕਾਂ 'ਤੇ ਤੁਰੇ ਫਿਰੀਦਾ ਨਾ, ਤੁਸੀਂ ਵੀ ਪਿੰਡਾਂ 'ਚ ਵਿਚਰਦੇ ਹੋ, ਲੋਕਾਂ 'ਚ ਵਿਚਰਦੇ ਹੋ, ਦੇਖੋ ਅੱਜ ਜਿਨ੍ਹਾਂ ਦੇ ਟੈਂਟਾਂ ਦੇ ਵੱਡੇ ਵੱਡੇ ਕੰਮ ਸੀ ਉਹ ਵਿਚਾਰੇ ਫਲ ਫਰੂਟ ਵੇਚਣ 'ਤੇ ਮਜਬੂਰ ਹੋ ਗਏ। ਜਿਨ੍ਹਾਂ ਦੇ ਸਾਊਂਡ ਸਿਸਟਮ ਸੀਗੇ, ਡੀਜੇ ਸਿਸਟਮ ਸੀਗੇ ਲੋਕਾਂ ਦੇ, ਉਹ ਅੱਜ ਸਬਜ਼ੀਆਂ ਵੇਚਣ ਨੂੰ ਮਜਬੂਰ ਹੋ ਗਏ। ਸਮਾਂ ਤੇ ਆਹ ਚੱਲਣ ਡਿਆ ਯਾਰ। ਟੁਕਾਈ ਨੂੰ ਜੇ ਆਇਆ ਤੇ ਮੈਂ ਉਹਨੂੰ ਸਾਂਭਾਂ ਜਿਹੜਾ ਗਰੀਬ ਹੈ ਜਾਂ ਜਿਹਨੂੰ ਲੋੜ ਹੈ, ਤੇ ਇਹ ਫਰਮਾਨ ਕਰਨ ਦਾ ਸਮਾਂ ਨਹੀਂ ਸੀਗਾ। ਸੋ ਇਸ ਕਰਕੇ ਇਹ ਮੇਰੀ ਅੱਜ ਦੀ ਬੇਨਤੀ ਸੀ ਜੀ। ਇਸ ਗੱਲ ਦੀ ਪੁਰਜ਼ੋਰ ਆਪਾਂ ਨਿੰਦਾ ਕਰਦੇ ਹਾਂ, ਖੰਡਨ ਵੀ ਕਰਦੇ ਹਾਂ। ਜੇ ਨਾਰਾਜ਼ੀ ਰਹਿਣਾ ਮੇਰੇ ਨਾਲ ਰਾਜ਼ੀ ਰਹੋ, ਜੇ ਗੁੱਸੇ ਹੋਣਾ ਗੁੱਸੇ ਹੋ ਜਾਓ। ਪਰ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਬਤ ਕਿਤੇ ਨਹੀਂ ਢੁੱਕਦੀ ਕਿ ਤੁਸੀਂ ਕਿਸੇ ਗਰੀਬ ਦੇ ਉੱਤੇ ਧੱਕਾ ਕਰੋ, ਕਿਸੇ ਨੂੰ ਗੁਲਾਮੀ ਦਾ ਅਹਿਸਾਸ ਕਰਾਓ। ਸਰਕਾਰਾਂ ਤੇ ਅੱਗੇ ਸਾਨੂੰ ਕਰਾਈ ਜਾਂਦੀਆਂ, ਅੱਗੇ ਕਿੰਨੀ ਕੁ ਸੁਣੀ ਜਾਂਦੀ ਹੈ। ਤਾਂ ਮੈਂ ਮਜ਼ਦੂਰ ਵੀਰਾਂ ਨੂੰ ਵੀ ਕਹਿਣਾ ਵੀ ਭਾਈ ਜੇ ਤੁਸੀਂ ਵੀ ਕਿਤੇ ਸੁਣਦੇ ਹੋ, ਆਪਣੇ ਪਿੰਡਾਂ ਦੇ ਵਿੱਚ ਰਜਾਮੰਦੀ ਨਾਲ ਉਹ ਫੈਸਲੇ ਲਵੋ ਜਿਹੜੇ ਸਾਰਿਆਂ ਦੇ ਹੱਕ 'ਚ ਹੋਣ। ਇਹ ਵੀ ਨਹੀਂ ਚਾਹੀਦਾ ਵੀ ਇੰਨਾ ਰੇਟ ਚੱਕ ਦੋ, ਨਹੀਂ, ਸਾਰੇ ਸਹਿੰਦਾ ਚੱਲੋ, ਸਾਰੇ ਇੱਕ ਦੂਜੇ ਦੀ ਹੈਲਪ ਕਰੋ। ਇਹ ਸਮਾਂ ਹਜੇ ਪਤਾ ਨਹੀਂ ਅੱਗੇ ਕਿੱਦਾਂ ਦਾ ਆਉਣਾ, ਹਜੇ ਮੁੱਕਿਆ ਨਹੀਂ ਕੰਮ। ਹੁਣ ਸ਼ਨੀਚਰਵਾਰ ਤੇ ਐਤਵਾਰ 2 ਦਿਨ ਦਾ ਲੋਕਡਾਊਨ ਤੇ ਛੁੱਟੀਆਂ ਵਾਲੇ ਦਿਨ ਲੋਕਡਾਊਨ ਫਿਰ ਸਰਕਾਰ ਨੇ ਜਾਰੀ ਕਰਤਾ। ਹਜੇ ਅੱਗੇ ਸਮਾਂ ਪਤਾ ਨਹੀਂ ਕਿੱਦਾਂ ਦਾ ਆਉਣਾ। ਪਹਿਲੇ ਮਹੀਨਾ 2 ਮਹੀਨੇ ਤਾਂ ਇੰਨੇ ਲੰਗਰ ਲੱਗੇ,
ਹੁਣ ਅੱਗੇ ਅੱਗੇ ਲੋੜ ਪੈਣੀ ਹੈ। ਸਾਰਿਆਂ ਦਾ ਖਿਆਲ ਰੱਖਣਾ ਚਾਹੀਦਾ ਜੀ। ਕਦੇ ਵੀ ਇਹ ਨਾ ਕਹੋ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ 'ਚ ਅਸੀਂ ਫੈਸਲਾ ਕੀਤਾ। ਉਹ ਤਾਂ ਇੱਕ ਡਰਾਉਣ ਨੂੰ ਤੁਸੀਂ ਲਿਖਿਆ ਵੀ ਜਿਹੜਾ ਆਪਣੇ ਫੈਸਲੇ ਤੋਂ ਮੁੱਕਰੂਗਾ ਉਹਨੂੰ ਇੰਨਾ ਜੁਰਮਾਨਾ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਡਰਾਵਾ ਵਿੱਚ ਤੁਸੀਂ ਰੱਖਿਆ। ਮੰਨਦੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਮੰਨਦੇ। ਜੇ ਮੰਨਦੇ ਹੋਵੋ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਨਹੀਂ ਕਿ ਮਹਾਰਾਜ ਕਹਿੰਦੇ ਵੀ ਤੁਸੀਂ ਲੋਕਾਂ ਦੇ ਨਾਲ ਧੱਕਾ ਕਰੋ ਜੀ। ਮਹਾਰਾਜ ਕਹਿੰਦੇ ਸਾਰਿਆਂ ਦੀ ਮਦਦ ਕਰੋ, ਲੋੜਵੰਦ ਦੀ ਲੋੜ ਪੂਰੀ ਕਰੋ, ਮਿਹਨਤ ਵਾਲੇ ਦੀ ਮਿਹਨਤ ਦਿਓ, ਮਿਹਨਤ ਜਾਇਜ਼ ਹੋਵੇ। ਸੋ ਹੋਰ ਕੋਈ ਕਿਸੇ ਮੇਰੇ ਵੀਰ ਭਰਾ ਨੇ ਕੋਈ ਕਮੈਂਟ ਕਰਨਾ ਹੋਵੇ, ਕੋਈ ਪੁੱਛਣਾ ਜਾਂ ਦੱਸਣਾ, ਕੋਈ ਵਿਚਾਰ ਦੇਣਾ ਹੋਵੇ ਦੇ ਸਕਦਾ ਹੈ। ਵੀਡੀਓ ਸਮਾਪਤ ਕਰਦੇ ਹਾਂ ਜੀ, ਸਮਾਂ ਹੋ ਗਿਆ। ਜੇ ਕੋਈ ਮੇਰਾ ਵੀਰ ਭਰਾ ਉਹ ਵੀ ਸੁਣਦਾ ਹੈ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਇਹ ਕੰਮ ਕੀਤਾ ਹੈ, ਤੇ ਭਰਾਵੋ ਆਪਣੇ ਪਿਤਾ ਗੁਰੂ ਕਲਗੀਧਰ ਜੀ ਨੂੰ ਯਾਦ ਕਰੋ, ਆਪਣੇ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰੋ, ਜਿਨ੍ਹਾਂ ਨੇ ਅਮੀਰਾਂ ਨੂੰ ਬਾਹਰ ਕੱਢ ਕੇ ਤੇ ਉਹਨਾਂ ਲੋਕਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਰਦਾਰੀਆਂ ਦਿੱਤੀਆਂ ਜਿਨ੍ਹਾਂ ਨੂੰ ਲੋਕ ਪੈਰਾਂ 'ਚ ਰੋਲਦੇ ਸੀ। ਜੇ ਮੈਂ ਬੋਲਣਾ ਚਾਹਾਂ ਨਾ ਜੀ, ਤੇ ਬੜਾ ਕੁਝ ਹੈ ਇਹਨਾਂ ਟੌਪਿਕਾਂ ਦੇ ਉੱਤੇ ਬੋਲਣ ਵਾਸਤੇ। ਬੜੇ ਪ੍ਰਮਾਣ ਨੇ, ਬੜੀਆਂ ਪਰਿਭਾਸ਼ਾ ਨੇ। 16-17 ਸਾਲ ਸਾਨੂੰ ਲੋਕਾਂ 'ਚ ਜਾ ਕੇ ਕੀਰਤਨ ਕਰਦਿਆਂ ਨੂੰ ਹੋ ਗਏ। 16-17 ਸਾਲਾਂ 'ਚ ਅਸੀਂ ਬੜਾ ਕੁਝ ਦੇਖ ਲਿਆ, ਤੇ ਜਿਨ੍ਹਾਂ ਦੀਆਂ ਉਮਰਾਂ ਸਾਡੇ ਤੋਂ ਵੱਡੀਆਂ ਉਹਨਾਂ ਦੇ ਤਜਰਬੇ ਬਹੁਤ ਆ। ਹੁਣ ਅੱਜ ਦਾ ਵਿਸ਼ਾ ਮੇਰਾ ਇਹੀ ਸੀ, ਮੈਂ ਵਿੱਚ ਗੱਲ ਕੋਈ ਹੋਰ ਨਹੀਂ। ਫਿਰ ਕਿਸੇ ਦਿਨ ਬੋਲੂੰਗਾ ਵੀ ਪਿੰਡਾਂ 'ਚ ਜਾਤਾਂ ਦੇ ਨਾਂ 'ਤੇ ਗੁਰਦੁਆਰਾ ਸਾਹਿਬ ਕਿਉਂ ਬਣੇ, ਜਦ ਕਿ ਜਾਣਕਾਰੀ ਦੇਵਾਂ ਮਾੜਾ ਜਿਹਾ ਜੀ। ਹਾਂਜੀ ਬਿਲਕੁਲ ਜੀ, ਮੈਂ ਪਹਿਲਾਂ ਹੀ ਬੇਨਤੀ ਕਰ ਹਟਿਆ ਜੀ ਵੀ ਜਿਹੜਾ ਕਿਸਾਨ ਹੈ ਨਾ, ਕਿਸਾਨ ਬੜੇ ਐਸੇ ਭਰਾ ਨੇ ਸਾਡੇ, ਐਸੀ ਵੀਰ ਬਹੁਤ ਨੇ ਜਿਨ੍ਹਾਂ ਕੋਲ ਖੇਤੀ ਹੈਗੀ ਆ। ਮੈਂ ਦਾਸ ਉਹਨਾਂ ਦੇ ਘਰ ਜਾਂਦਾ ਰਹਿੰਦਾ ਜੀ ਸਮਾਗਮਾਂ 'ਤੇ। ਕਿਸਾਨ ਕੋਈ ਜਾਤ ਨਹੀਂ ਹੈ, ਜਿਹੜਾ ਖੇਤੀ ਕਰਨ ਵਾਲਾ ਵੀਰ ਕਿਸਾਨ ਮੰਨਿਆ ਜਾਂਦਾ। ਕਿਸਾਨ ਸਭ ਤੋਂ ਸੱਚੀ ਤੇ ਸੁੱਚੀ ਕਿਰਤ ਕਰਦਾ, ਸਭ ਤੋਂ। ਉਹਨ ਦਾਣੇ ਖਿਲਾਰ ਦੇਣੇ ਨੇ, ਉਹਨ ਪੈਸੇ ਖਿਲਾਰ ਦੇਣੇ ਨੇ। ਇਹ ਨਹੀਂ ਪਤਾ ਵੀ ਕੱਲ੍ਹ ਨੂੰ ਉਹਦਾ ਫਲ ਸਾਡੇ ਘਰ ਆਉਣਾ ਜਾਂ ਨਹੀਂ ਆਉਣਾ। ਇਹ ਨਹੀਂ ਪਤਾ ਵੀ ਕੱਲ੍ਹ ਨੂੰ ਉਸ ਮਿਹਨਤ ਦੀ ਮੁੱਲ ਨੇ ਸਾਡੇ ਘਰ ਮੁੜਨਾ ਕਿ ਕੁਦਰਤੀ ਮਾਰ ਪੈ ਜਾਣੀ। ਤੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕਿਹਾ ਕਰਦੇ ਸੀ, ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਇਹਦਾ ਖਿਆਲ ਗੌਰਮੈਂਟ ਨੂੰ ਰੱਖਣਾ ਚਾਹੀਦਾ। ਰੀੜ੍ਹ ਦੀ ਹੱਡੀ ਦੇ ਨਾਲ ਹੀ ਸਾਰਾ ਸਰੀਰ ਹੁੰਦਾ। ਸੋ ਜਿੰਨਾ ਚਿਰ ਅੰਦਰੋਂ ਜਾਤ ਨਹੀਂ ਜਾਂਦੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਹੀ ਜਾਤ ਨਿਕਲ ਜਾਣੀ ਚਾਹੀਦੀ ਸੀ ਮੇਰੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਹੀ ਇਹ ਸੋਝੀ ਆ ਜਾਣੀ ਚਾਹੀਦੀ ਸੀ ਵੀ ਜਿੱਥੇ ਸਾਰੇ 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ, 4 ਗੁਰਸਿੱਖ, ਪਹਿਲੇ 5 ਤੇ 9ਵੇਂ ਪਾਤਸ਼ਾਹ ਜਿਸ ਜਗ੍ਹਾ 71 ਬੈਠੇ ਹੋਣ, ਜਿੱਥੇ ਜਾਤ ਪਾਤ ਦੀ ਗੱਲ ਹੀ ਕੋਈ ਨਾ ਹੋਵੇ। ਮੈਂ ਉਸ ਗੁਰੂ ਨੂੰ ਮੱਥਾ ਟੇਕ ਰਿਹਾ ਜਿੱਥੇ ਸਭ ਨੂੰ ਬਰਾਬਰਤਾ ਮਿਲੀ ਆ, ਤੇ ਮੈਂ ਮੱਥਾ ਟੇਕ ਕੇ ਹੀ ਉੱਦਾਂ ਦੀ ਸਿੱਖਿਆ 'ਤੇ ਚੱਲਣ ਦਾ ਯਤਨ ਕਰਦਾ ਵੀ ਅੱਜ ਤੋਂ ਬਾਅਦ ਮੈਂ ਕੋਈ ਮਨ ਦੇ ਵਿੱਚ ਜਾਤ ਪਾਤ ਨਹੀਂ ਰੱਖਾਂਗਾ। ਮੈਂ ਸਾਰਿਆਂ ਦੇ ਨਾਲ ਪਿਆਰ ਕਰਾਂਗਾ, ਮੈਂ ਸਾਰਿਆਂ ਨੂੰ ਆਪਣਾ ਮੰਨਾਂਗਾ। ਦਾਸ ਦੀ ਇਹੀ ਕਮੀ ਹੈ ਜੀ। ਮੈਨੂੰ ਕਈ ਵਾਰੀ ਕਈ ਸੱਜਣ ਭਰਾ ਸਾਡੇ ਕਹਿ ਦਿੰਦੇ
ਤੁਸੀਂ ਮੋਨਿਆਂ ਕੋਲ ਨਾ ਬੈਠਿਆ ਕਰੋ, ਤੁਸੀਂ ਪ੍ਰਚਾਰਕੋਂ, ਚੰਗਾ ਨਹੀਂ ਲੱਗਦਾ, ਫੇਸਬੁੱਕ ਤੇ ਮੋਨਿਆਂ ਨਾਲ ਫੋਟੋ ਨਾ ਪਾਇਆ ਕਰੋ। ਮੈਂ ਕਿਹਾ ਵੀਰੋ ਭਰਾਵੋ, ਜਿਹੜਾ ਬੰਦਾ ਪਹਿਲਾਂ ਹੀ ਰੱਜਿਆ ਉਹਦੇ ਮੂੰਹ 'ਚ ਤੁੰਨਣ ਦਾ ਕੀ ਫਾਇਦਾ? ਜਿਹੜਾ ਉਹਦੇ ਮੂੰਹ 'ਚ ਤੁੰਨਣ ਦਾ ਕੀ ਫਾਇਦਾ? ਰੱਜੇ ਨੂੰ ਰਜਾਉਣ ਦਾ ਕੀ ਫਾਇਦਾ? ਉਹਨੂੰ ਰਜਾਓ ਨਾ ਜਿਹੜਾ ਭੁੱਖਾ ਹੈ। ਅੱਜ ਤੁਸੀਂ ਮੋਨੇ ਬੰਦੇ ਕੋਲ ਬਹਿੰਦੇ ਨਹੀਂ, ਅੱਜ ਤੁਸੀਂ ਮੋਨੇ ਬੰਦੇ ਨੂੰ ਕੋਈ ਚੰਗੀ ਗੱਲ ਨਹੀਂ ਦੱਸਦੇ, ਤੇ ਉਹ ਬੰਦਾ ਗੁਰੂ ਨਾਲ ਜੁੜੇਗਾ ਕਿਵੇਂ? ਜੇ ਪਹਿਲਾਂ ਹੀ ਟੁੱਟਾ ਹੈ, ਤੁਸੀਂ ਹੋਰ ਲੱਤ ਮਾਰ ਕੇ ਪਾਸੇ ਕਰ ਦਿੰਦੇ ਹੋ, ਉਹਦਾ ਤਾਂ ਮੁੜਨ ਦਾ ਕੋਈ ਹਿਸਾਬ ਹੀ ਨਹੀਂ ਰਿਹਾ। ਫਿਰ ਉਹਦਾ ਤਾਂ ਕੋਈ ਆਉਣ ਦਾ ਇੱਧਰਲੇ ਪਾਸੇ ਹਿਸਾਬ ਹੀ ਨਹੀਂ ਰਿਹਾ। ਉਹਦੇ ਟੁੱਟਦਾ ਟੁੱਟਦਾ ਇੱਕ ਦਿਨ ਨਾਸਤਕ ਬਣ ਜਾਊਗਾ। ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ, ਜਿਹੜੇ ਗੁਰੂ ਨਾਲ ਜੁੜ ਗਏ, ਜਾਂ ਜਿਹੜੇ ਆਪੋ ਆਪਣੇ ਧਰਮ 'ਚ ਪੱਕੇ ਹੈ, ਉਹ ਤਾਂ ਜੁੜੇ ਹੋਏ ਹੈ। ਲੋੜ ਹੈ ਉਹਨਾਂ ਨੂੰ ਜਿਹੜੇ ਗੁਰੂ ਨਾਲੋਂ ਪਾਸੇ ਹੋ ਗਏ ਨੇ, ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਹੀ ਨਹੀਂ ਪਤਾ ਵੀ ਗੁਰੂ ਸਾਹਿਬ ਕਹਿ ਕੀ ਰਹੇ ਨੇ। ਮੈਂ ਤਾਂ ਬਹਿਨਾ ਜੀ, ਤੇ ਜਿੰਨਾ ਚਿਰ ਸਾਹ ਨੇ ਬਹਿੰਦਾ ਰਹੂੰਗਾ ਸਾਰਿਆਂ ਦੇ ਨਾਲ। ਮੇਰੇ ਕੋਲ ਨਗਰ ਦੇ ਵਿੱਚ ਮੰਦਰ ਵਾਲੇ ਵੀਰ ਵੀ ਗੁਰਾਹੀ ਲੈਣ ਆਉਂਦੇ ਹੈ, ਮਸੀਤ ਵਾਲੇ ਵੀਰ ਵੀ ਗੁਰਾਹੀ ਲੈਣ ਆਉਂਦੇ ਹੈ, ਗੁਰੂ ਘਰਾਂ ਵਾਲੇ ਵੀ ਗੁਰਾਹੀ ਲੈਣ ਆਉਂਦੇ ਹੈ। ਦਾਸ ਕੋ ਜੋ ਸਰਦਾ ਸਭ ਨੂੰ ਦਿੰਦਾ ਹੈ, ਤੇ ਜਿਹੜਾ ਪਿਆਰ ਨਾਲ ਸੱਦਦਾ ਹੈ ਮੈਂ ਜਾ ਵੀ ਆਉਣਾ। ਕਿਉਂਕਿ ਗੁਰੂ ਦਾ ਸਿਧਾਂਤ ਇਹ ਹੈ, ਜੋ ਸਿੱਖ ਨੂੰ ਹੁਕਮ ਹੈ ਕਿ ਮਸਾਣ, ਮੜੀ, ਪੱਥਰ, ਮੂਰਤ, ਤੇ ਜੇ ਮੈਂ ਮੰਦਰ 'ਚ ਚਲਿਆ ਵੀ ਜਾਊਂ ਤੇ ਮੈਂ ਉੱਥੇ ਕਿਹੜਾ ਮੂਰਤੀ ਨੂੰ ਮੱਥਾ ਟੇਕਣਾ ਜੀ? ਉਹ ਉਹਨਾਂ ਦਾ ਧਰਮ ਹੈ, ਮੁਬਾਰਕ। ਆਪਾਂ ਤਾਂ ਪਿਆਰ ਭਰੇ ਸੱਦੇ ਤੇ ਜਾ ਕੇ ਹਾਜ਼ਰੀ ਲਾ ਕੇ 10 ਮਿੰਟ ਆ ਜਾਓ। ਕਿਤੇ ਮੁਸਲਮਾਨ ਧਰਮ ਦੇ ਵਿੱਚ ਪ੍ਰੋਗਰਾਮ ਆ, ਕਿਉਂ ਨਹੀਂ ਜਾ ਸਕਦਾ ਸਿੱਖ? ਬਈ ਜੇ ਸਿੱਖਾਂ ਦੀ ਸਟੇਜ 'ਤੇ ਹੈਦਰ ਕਾਦਰੀ ਜੀ ਵਰਗੇ ਉਹ ਪਿਆਰ ਵਾਲੇ ਮੁਸਲਮਾਨ, ਹੈਦਰ ਕਾਦਰੀ ਜੀ, ਉਹ ਆ ਕੇ ਕਥਾ ਕਰ ਸਕਦੇ ਹੈ, ਤੇ ਇੱਕ ਸਿੱਖ ਕਿਉਂ ਨਹੀਂ ਮੁਸਲਮਾਨ ਪ੍ਰੋਗਰਾਮ 'ਚ ਜਾ ਸਕਦਾ? ਭਾਈਚਾਰਕ ਸਾਂਝ ਵੱਧਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕਿਹਾ ਸੀ, ਮੇਰਾ ਸਿੱਖ ਸਾਰੇ ਧਰਮਾਂ ਦੇ ਧਾਰਮਿਕ ਪੁਸਤਕਾਂ ਤੇ ਗ੍ਰੰਥ ਪੜ੍ਹੇ, ਅਟਲ ਵਿਸ਼ਵਾਸ ਗੁਰਬਾਣੀ ਤੇ ਰੱਖੇ। ਪਰ ਮਹਾਰਾਜ ਨੇ ਕਿਤੇ ਨਹੀਂ ਸੀ ਕਿਹਾ ਵੀ ਤੁਸੀਂ ਕੁਰਾਨ ਨੂੰ ਪੜ੍ਹ ਕੇ ਸਮਝ ਨਹੀਂ ਸਕਦੇ, ਤੁਸੀਂ ਰਾਮਾਇਣ ਦੀ ਜਾਂ ਭਾਗਵਤ ਗੀਤਾ ਦੀ ਕਥਾ ਨਹੀਂ ਪੜ੍ਹ ਸਕਦੇ, ਤੁਸੀਂ ਬਾਈਬਲ ਦੀ ਕਥਾ ਪੜ੍ਹ ਸੁਣ ਨਹੀਂ ਸਕਦੇ। ਇਹ ਤਾਂ ਨਹੀਂ ਨਾ ਕਿਹਾ ਕਿਤੇ। ਮਹਾਰਾਜ ਕਹਿੰਦੇ ਦੂਸਰੇ ਧਰਮਾਂ ਦੀਆਂ ਪੁਸਤਕਾਂ ਤੇ ਗ੍ਰੰਥ ਪੜ੍ਹੋ, ਅਟਲ ਵਿਸ਼ਵਾਸ ਗੁਰਬਾਣੀ ਤੇ ਰੱਖੋ। ਤੇ ਮੈਂ ਕਹਿੰਦਾ ਜੀ, ਅੱਜ ਅੰਮ੍ਰਿਤਧਾਰੀ ਸਿੱਖ ਦੇ, ਮੇਰੇ ਵਰਗੇ ਦੇ ਘਰੋਂ, ਪ੍ਰਚਾਰਕ ਦੇ ਘਰੋਂ ਜੇ ਕਿਸੇ ਨੂੰ ਭਾਗਵਤ ਗੀਤਾ ਗ੍ਰੰਥ ਮਿਲ ਜਾਏ, ਜਾਂ ਕੁਰਾਨ ਮਿਲ ਜੇ, ਅੰਜੀਰ ਮਿਲ ਜੇ, ਜਾਂ ਬਾਈਬਲ ਮਿਲ ਜਾਏ, ਤੇ ਸਾਡੇ ਫਟ ਲੈਵਲ ਲੱਗ ਜੂਗਾ ਵੀ ਇਹ ਬੰਦਾ ਵਿਕਿਆ ਹੋਇਆ। ਆਹ ਮਾਨਸਿਕਤਾ ਸਾਡੀ ਬਣ ਚੁੱਕੀ ਹੈ, ਆਹ ਮਾਨਸਿਕਤਾ ਸਾਡੀ ਤਿਆਰ ਹੋ ਗਈ ਹੈ। ਹਰ ਕਿਸੇ ਨੂੰ ਨਿੰਦਣਾ, ਹਰ ਕਿਸੇ ਦੇ ਉੱਤੇ ਲੈਵਲ ਲਾਉਣਾ, ਉਹਦਾ ਫੈਸਲਾ ਅਸੀਂ ਕਰਦੇ ਹਾਂ ਵੀ ਆਹ ਫਲਾਨਾ ਇੱਦਾਂ ਦਾ। ਤੂੰ ਕੀ ਜਾਣਦਾ ਵੀ ਕੌਣ ਕਿੱਦਾਂ ਦਾ? ਹਾਂ, ਜੇ ਕਿਸੇ ਨੂੰ ਕਹਿਣਾ ਹੈ ਫਿਰ ਉਹ ਸਾਬਤ ਕਰਨਾ ਪਊਗਾ। ਵੀ ਸਾਬਤ ਕੀਤੇ ਬਿਨਾਂ ਤਾਂ ਜੱਜ ਵੀ ਨਹੀਂ ਮੰਨਦੇ ਹੈਗੇ, ਉਹ ਸਬੂਤ ਪੇਸ਼ ਕਰਨੇ ਪੈਣਗੇ। ਕਹਿਣ ਨੂੰ ਤਾਂ ਜਿਹਨੂੰ ਮੈਂ ਮਰਜ਼ੀ ਕਹੀ ਜਾਂਦਾ ਵੀ ਫਲਾਨਾ ਆ, ਧਮਕਾਨਾ ਹੈ। ਸੋ ਇਹ 2-3 ਦਿਨ ਦਾ ਬਲਬਲਾ ਸੀ ਮਨ ਦੇ ਵਿੱਚ ਵੀ ਕਿਉਂ ਯਾਰ ਐਡੀ, ਮੈਂ ਬੇਨਤੀ ਕਰਾਂ, ਐਡੀ, ਹੁਣ ਮੈਂ ਇੱਦਾਂ ਕਿੱਦਾਂ ਕਰਾਂ, ਇੱਦਾਂ ਐਡੀ ਵੱਡੀ ਸਿੱਖੀ ਦਾ ਜਿਗਰਾ ਕੱਟੜ ਕਰ ਕਰਕੇ ਇੰਨਾ ਕੁ ਆਪਾਂ ਬਣਾ ਲਿਆ। ਮੈਨੂੰ ਮਾਫ ਕਰਿਓ, ਇੱਦਾਂ ਦੇ ਨਾ ਬਣਾਓ ਆਪਣੇ ਆਪ ਨੂੰ, ਧਰਮ ਨੂੰ ਇੱਦਾਂ ਦਾ ਨਾ ਬਣਾਓ ਵੀ ਲੋਕ ਸਾਡੇ ਵੱਲ ਆਉਣੋਂ ਡਰਨ। ਗਰੀਬ ਦੀ ਮਦਦ ਕਰੋ, ਲੋੜਵੰਦ ਦੀ ਮਦਦ ਕਰੋ, ਗਰੀਬਾਂ ਨਾਲ ਖੜੋ, ਗਰੀਬਾਂ ਲਈ ਬੋਲੋ, ਗਰੀਬਾਂ ਲਈ ਤੁਸੀਂ ਗੱਲ ਕਰੋ, ਤੇ ਮਜ਼ਦੂਰਾਂ ਲਈ ਇਹ ਜਿਹੜੇ ਪਿੰਡਾਂ 'ਚ ਫਰਮਾਨ ਜਾਰੀ ਹੋ ਗਿਆ, ਮੈਂ ਇਹਦਾ ਵਿਰੋਧ ਕਰਦਾ। ਮੈਂ ਪਹਿਲਾਂ ਕਹਿਤਾ। ਦੂਜੀ ਗੱਲ, ਮੈਂ ਗਰੀਬ ਜਿਹੜੇ ਮਜ਼ਦੂਰ ਭਰਾ ਨੇ, ਗਰੀਬ ਨਹੀਂ ਮੈਂ ਕਹਿੰਦਾ, ਮਾਫ ਕਰਿਓ ਮੇਰੇ ਸ਼ਬਦ ਲਈ, ਕਿਉਂਕਿ ਕਰਮਾਂ ਦੀ ਦਾਤ ਹੈ। ਕੋਈ ਬੰਦਾ ਗਰੀਬ ਨਹੀਂ ਜਿਹਦੇ ਦਸੇ ਉਂਗਲਾਂ, ਦੋਏ ਹੱਥ ਸਲਾਮਤ ਨੇ, ਦੋਏ ਪੈਰ ਸਲਾਮਤ ਨੇ, ਅੱਖਾਂ, ਨੱਕ, ਕੰਨ, ਮੂੰਹ ਸਲਾਮਤ ਹੈ, ਸਾਰਾ ਸਰੀਰ ਸਲਾਮਤ ਹੈ, ਉਹਦੇ ਜਿੰਨਾ ਅਮੀਰ ਬੰਦਾ ਕੋਈ ਵੀ ਨਹੀਂ। ਤੇ ਜੇ ਜੰਮਦੇ ਸਾਰ ਇੱਕ ਲੱਤ ਹੱਥ ਘੱਟ ਹੁੰਦਾ ਫਿਰ ਰੱਬ ਤੇ ਕੇਸ ਕਰ ਦਿੰਦੇ। ਜੇ ਜੰਮਦੇ ਸਾਰ ਸਾਨੂੰ ਇੱਕ ਅੱਖ ਤੋਂ ਨਾ ਦਿਸਦਾ ਹੁੰਦਾ ਤੇ ਕੀ ਅਸੀਂ ਰੱਬ ਤੇ ਕੇਸ ਕਰਦੇ ਵੀ ਮੈਨੂੰ ਇੱਕ ਅੱਖ ਘੱਟ ਦਿੱਤੀ ਹੈ?
ਸ਼ੁਕਰ ਕਰਿਆ ਕਰੋ ਰੱਬ ਨੇ ਸਾਨੂੰ ਪੂਰਾ ਸਰੀਰ ਦਿੱਤਾ ਹੈ। ਸ਼ੁਕਰ ਕਰਿਆ ਕਰੋ ਰੱਬ ਨੇ ਸਾਨੂੰ ਚੰਗੀ ਸਮਝ ਦਿੱਤੀ ਹੈ। ਸ਼ੁਕਰ ਕਰਿਆ ਕਰੋ ਰੱਬ ਨੇ ਸਾਨੂੰ ਧੀਆਂ ਪੁੱਤ ਕਮਾਉਣ ਵਾਲੇ ਦਿੱਤੇ ਹੈ। ਪਰ ਸ਼ਰਮ ਕਰਿਆ ਕਰੋ ਜਦੋਂ ਅਸੀਂ ਕਿਸੇ ਦੇ ਉੱਤੇ ਆਪਣਾ ਫੈਸਲਾ ਥੋਪਦੇ ਹਾਂ ਤੇ ਲਾਗੂ ਕਰਦੇ, ਭਾਵੇਂ ਕੋਈ ਹੈ, ਕਿਸੇ ਜਾਤ ਦਾ ਬੰਦਾ ਹੈ। ਜਿਹੜਾ ਬੰਦਾ ਜਾਤ ਮੰਨਦਾ ਹੈ ਉਹ ਇਨਸਾਨ ਹੋ ਹੀ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਦੇ ਦਿੱਤਾ, ਭਾਵੇਂ ਕੋਈ ਬੰਦਾ ਵੀ ਹੈ, ਮੈਂ ਕਿਸੇ ਇੱਕ ਨੂੰ ਨਹੀਂ ਕਹਿੰਦਾ। ਹੰਕਾਰੀ ਸਾਰਿਆਂ ਪਾਸਿਆਂ 'ਚ ਹੀ ਹੈਗੇ ਆ। ਇਹ ਤੇ ਹੱਥ ਨੂੰ ਹੱਥ ਹੈ, ਜੀ ਕਹੋ ਜੀ ਕਹਾਓ। ਕਲਗੀਧਰ ਜੀ ਨੇ ਪ੍ਰੇਮ ਦਾ ਰਾਹ ਦਿੱਤਾ ਹੈ, ਪਰ ਜਦੋਂ ਧੱਕਾ ਹੀ ਹੋਈ ਜਾਊ, ਧੱਕਾ ਹੀ ਹੋ ਜਾਊ, ਫਿਰ ਪ੍ਰੇਮ ਨਹੀਂ ਚੱਲਦਾ। ਨਿਤਨੇਮ ਦੀ ਬਾਣੀ 'ਚ ਸਵਈਏ ਦੇ ਵਿੱਚ ਇਹ ਬਚਨ ਆਉਂਦਾ, ਮਹਾਰਾਜ ਕਹਿੰਦੇ ਨੇ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ ਪ੍ਰੇਮ ਕੀਓ ਤਿਨ। हाँ बिल्कुल जी, मैं तो पहले गुरु का सिखिया, गुरु तो बिना किसी दी नहीं सुनता। ते गुरु साहब की कह रहे ने, गुरु कह रहे ने जात का गर्व न करियो। गुरु बंदा जिहड़ा जात मनदा भी मैं फलानी जात दा, भावें कोई होवे जी इत्थे। गुरु साहब तो ये कह रहे ने कि जियां दा भला करो, दया करो जियां दे उत्ते, जीवां दे उत्ते दया करो, तीर्थां दा फल मिल जू घर बैठिਆਂ ਨੂੰ। गुरु साहब जी तो ये उपदेश करते हैं कि तैनूं नितनेम करना पैना, तैनूं सिमरन करना पैना। कोई बंदा तैनूं नाम तो बिना तार नहीं सकता। की बचन ने, कहो नानक इहो तत्त विचारा, बिन हर भजन नहीं छुटकारा। संगत चंगे गुरमुखां दी कर, पर जे तैनूं कोई तारूगा तो वह परमेश्वर अकाल पुरख दा सिमरन नाम, किसी भी धर्म च है, अपने धर्म अनुसार नाम जप। यार मैं अपनी गल करदा तुहाडे नाल, मैं हरेक इंसान दा सत्कार कीता है। जिहड़ा कोई हाँ किसी वड्डे घर जा होवे ना होवे। मैं बॉम्बे एक बारी समागमां लई गया, मैं आखिरी गल करदा, मैं समाप्ति करांगा। बॉम्बे समागमां ते जाईदा साल बाद। समागम ते मैं गया, उत्थे ना मेरे कोल वीर आए साडे नौजवान, उन्हां दीयां मातावां आईयां। मैनूं कहंदे भाई साहब जी, मैं कहा हाँ जी। मैं 2000 तकरीबन 8 तो लैके लगातार अज तक, इस साल पता नहीं गुरु साहब की की मौज होएगी, 19 पिछला उदों भी जाके आए हैं, भाव 11 साल पिछले साल सानू हो गया बंबे जांदियां नूं। ऐतकी जे समागम चलणगे 12वां साल है। असी गए अज तो, मैं तुहानूं तकरीबन 10 साल पहलां दी गल दस रहा, 10 साल पहलां दी। असी दूजा क साल सी साडा बॉम्बे च उदों, ते मैनू ਉਹ ਵੀਰ ਆਏ नौजवान, तो उन्हां दीयां मातावां नाल आईयां। मैनूं कहंदे भाई साहब जी, मैं कहा हाँ जी। कहंदे जी तुसीं साडे घर चाह पानी पीण आओगे? मैं कहा जी भी रात दा समागम हुंदा, दिन नूं जिद्दण मर्जी हुक्म करो, तुसीं मेरे भरा हो, ये मेरियां मातावां ने, हुक्म करो मैं आ जाऊँगा। पर अगे अगला बचन पता की सी मेरे उन्हां वीरां दा? वो कहंदे भाई साहब जी साडे घर बहुत छोटे छोटे आ, असी उत्थे की कहिंदे आ उन्हां नूं, छप्परां जिहां च रहिंदे आ। की शब्द बोलदे आ बॉम्बे दे विच, झोपड़ पट्टी कह लो भी। असी उन्हां थां ते रहिंदे आ। की तुसीं साडे आओगे? फैसला आज़ाद जी मैं नहीं करता। पहला तो मेरी बेनती आ भी मेरे आले लाइव दे विच किसी ने कमेंटां च गलत शब्दावली नहीं वरतनी। तो ना अज तक किसी वीर भरा ने वरती है, तो ना कोई मैनूं आस है भी वरतूगा। क्योंकि ना आपां किसी नूं गलत शब्दावली बोलनी, तो ना अपने कमेंटां 'च कोई गलत शब्दावली आवे।
ਆਜ਼ਾਦ ਜੀ ਇਹ ਬੇਨਤੀ ਆ ਕਿ ਗਗਨਦੀਪ ਸਿੰਘ ਹੋਣਾ ਨੇ ਜਿਹੜੀ ਗੱਲ ਕੀਤੀ ਸੀ ਮੈਂ ਉਹਨਾਂ ਦਾ ਜਵਾਬ ਦੇ ਦਿੱਤਾ ਸੀ। ਇਹ ਕਹਿੰਦੀ ਮੇਰੀ ਬੇਨਤੀ ਕਰਦੇ ਆ, ਮੈਂ ਬਹੁਤ ਸਤਿਕਾਰ ਕਰਦਾ ਸਾਰਿਆਂ ਦਾ ਹੀ, ਤੇ ਜਿੰਨਾ ਸਤਿਕਾਰ ਮੇਰੇ ਅੰਦਰ ਸਤਿਗੁਰੂ ਰਵਿਦਾਸ ਦਾ ਹੈ, ਮੇਰੇ ਨਾਲ ਬਹੁਤ ਜਗ੍ਹਾ ਤੇ ਕਈਆਂ ਬੰਦਿਆਂ ਦੇ ਪੰਗੇ ਪੈ ਹਟੇ ਆ ਕਿ ਤੁਸੀਂ ਰਵਿਦਾਸ ਮਹਾਰਾਜ ਨੂੰ ਸਤਿਗੁਰ ਜੀ ਕਿਉਂ ਕਹਿੰਦੇ। ਇਹਦੇ ਤੇ ਮੈਂ ਇੱਕ ਵੱਖਰਾ ਲਾਈਵ ਕਰਨਾ ਸ਼ਾਇਦ, ਉਹ ਤਾਂ ਭਗਤ ਨੇ ਜੀ ਬਾਣੀ 'ਚ, ਪਰ ਮੈਂ ਹੁਣ ਇਸ ਵਿਸ਼ੇ ਤੇ ਨਹੀਂ ਬੋਲੂੰਗਾ ਕਿਉਂਕਿ ਇਹ ਟੌਪਿਕ ਇੱਕ ਵੱਖਰਾ ਰੱਖਾਂਗੇ, ਨਹੀਂ ਤਾਂ ਸਾਰਾ ਕੁਝ ਰਲ ਗੱਡ ਜਿਹਾ ਹੋ ਜਾਣਾ ਵਿੱਚ। ਹੁਣ ਬੇਨਤੀ ਕਰ ਰਹੇ ਹਾਂ ਵੀ ਜਦੋਂ ਮੈਨੂੰ ਕਹਿੰਦੇ ਜੀ ਅਸੀਂ ਝੌਂਪੜ ਪੱਟੀਆਂ 'ਚ ਰਹਿੰਦੇ ਹਾਂ, ਸਾਡਾ ਇੱਕ ਕਮਰੇ ਦਾ ਘਰ ਹੈ, ਉਹ ਵੀ ਬਹੁਤਾ ਨਹੀਂ ਤੇ 10 ਬਾਏ 10 ਆਊਗਾ, 8 ਬਾਏ 10 ਆਊਗਾ, ਵਿੱਚ ਹੀ ਕਿਚਨ ਹੈ, ਵਿੱਚ ਹੀ ਬਾਥਰੂਮ ਹੈ, ਉਸੇ ਕਮਰੇ 'ਚ ਸੋਫਾ, ਤੁਸੀਂ ਆਓਗੇ। ਉਹਨਾਂ ਨੇ ਇਹ ਆਵਾਜ਼ ਦਿੱਤੀ ਵੀ ਮਨਜਿੰਦਰ ਸਿਆਂ ਤੇਰਾ ਗੁਰੂ ਤੇਰਾ ਭੇ ਗੁਰੂ ਨਾਨਕ ਪਾਤਸ਼ਾਹ ਲਾਲੋ ਦੀ ਉਸ ਕੁਟੀਆ ਦੇ ਵਿੱਚ ਜਾ ਕੇ ਬੈਠਾ ਸੀ। ਇਹ ਭਰਾਵਾਂ, ਇਹਦਾ ਮਤਲਬ ਕੋਈ ਦੇ ਘਰ ਬਹੁਤਾ ਜਾਂਦਾ ਨਹੀਂ ਵੀ ਇਹਨਾਂ ਦੇ ਘਰ ਕੋਈ ਜਾਂਦਾ ਨਹੀਂ, ਪਰ ਮਨਜਿੰਦਰ ਸਿੰਘ ਤੁਹਾਡੇ ਘਰ ਜ਼ਰੂਰ ਜਾਊਗਾ। ਇਹ ਮੇਰਾ ਬਚਨ ਸੀ ਉਹਨਾਂ ਭਰਾਵਾਂ ਨਾਲ, ਮਾਵਾਂ ਨਾਲ, ਕਿ ਕੋਈ ਜਾਵੇ ਨਾ ਜਾਵੇ, ਮਨਜਿੰਦਰ ਸਿੰਘ ਤੁਹਾਡੇ। ਗੁਰੂ ਪਿਆਰਿਓ, ਅੰਤ ਤਾਂ ਇੱਕੋ ਹੀ ਗੱਲ ਕਹਿਣੀ ਚਾਹਾਂਗੇ ਕਿ ਅਸਲ ਇਨਸਾਨ ਉਹੀ ਹੈ, ਅਸਲ ਸਿੱਖ ਉਹੀ ਹੈ ਜਿਸ ਦੀ ਇਨਸਾਨੀਅਤ ਜਿਉਂਦੀ ਹੈ, ਜੋ ਇਨਸਾਨ ਨੂੰ ਇਨਸਾਨ ਸਮਝੇ, ਜੋ ਦੂਸਰੇ ਦੀਆਂ ਕਦਰਾਂ ਕੀਮਤਾਂ ਸਮਝਦਾ ਹੋਵੇ, ਜੋ ਦੂਸਰਿਆਂ ਨੂੰ ਬਰਾਬਰ ਦੀ ਇੱਜ਼ਤ ਦਿੰਦਾ ਹੋਵੇ, ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਵੇ, ਤੇ ਜੋ ਇਨਸਾਨ ਇਹਨਾਂ ਚੀਜ਼ਾਂ ਨੂੰ ਛਿੱਕੇ ਟੰਗ ਦਿੰਦੇ ਨੇ, ਉਹ ਇਨਸਾਨ ਇਨਸਾਨੀ ਰੂਪ ਵਿੱਚ ਘੁੰਮਦੇ ਹੋਏ ਉਹ ਪੀੜ੍ਹੀਆਂ ਨੇ ਜਿਨ੍ਹਾਂ ਨੇ ਸਿਰਫ ਆਪਣੀ ਨਿੱਜਾਂ ਵਾਸਤੇ ਆਪਣੀ ਜ਼ਿੰਦਗੀ ਜੀ ਹੈ, ਅਤੇ ਅੱਗੇ ਵੀ ਉਹ ਲੋਕਾਂ ਦਾ ਘਾਣ ਕਰਕੇ ਸਿਰਫ ਆਪਣੇ ਘਰ ਤੇ ਆਪਣੇ ਨਿੱਜ ਪੂਰਨ ਵਾਸਤੇ ਹੀ ਸਮਾਜ ਵਿੱਚ ਵਿਚਰਦੇ ਨੇ। ਤੇ ਅਜਿਹੇ ਲੋਕਾਂ ਤੋਂ ਸਾਨੂੰ ਆਪ ਬਚ ਕੇ ਰਹਿਣਾ ਚਾਹੀਦਾ ਹੈ, ਤੇ ਜਿੱਥੇ ਵੀ ਅਜਿਹਾ ਨਾਦਰਸ਼ਾਹੀ ਫਰਮਾਨ ਸੁਣਾਇਆ ਜਾ ਰਿਹਾ ਹੋਵੇ ਉੱਥੇ ਹੀ ਡਟ ਕੇ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ, ਲਾਹਨਤਾਂ ਪਾਉਣੀਆਂ ਚਾਹੀਦੀਆਂ ਨੇ, ਤਾਂ ਜੋ ਅੱਗੇ ਤੋਂ ਕਿਸੇ ਦੀ ਹਿੰਮਤ ਨਾ ਪੈ ਸਕੇ ਕਿਸੇ ਵੀ ਭੈਣ ਭਰਾ ਉੱਤੇ ਅਜਿਹਾ ਨਾਦਰਸ਼ਾਹੀ ਫਰਮਾਨ ਥੋਪਿਆ ਜਾ ਸਕੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।